ਰੇਲਵੇ ਟਰੈਕ ਜਿਹੜੇ ਉਹ ਰੋਕੇ ਸਨ, ਜਿਹਦੇ ਚੱਲਦਿਆਂ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਿਆ ਗਿਆ। ਕਈ ਕਿਸਾਨਾਂ ਉੱਤੇ ਜਿਹੜਾ ਉਹ ਪਰਚਾ ਦਰਜ ਵੀ ਕੀਤਾ ਗਿਆ ਜੀ। ਜਦੋਂ ਅੰਦੋਲਨ ਚੱਲਦਾ ਹੈ, ਐਲਾਨ ਪਹਿਲਾਂ ਹੋਇਆ ਵੈ, ਤਾਂ ਫਿਰ ਅਸੀਂ ਜੇ ਜਾ ਕੇ ਉਹਦੇ ਵਿੱਚ ਫਸਾਂਗੇ ਤਾਂ ਅਸੀਂ ਜ਼ਿੰਮੇਵਾਰ ਹਾਂ। ਬਹੁਤ ਸਾਰੇ ਖੇਤਰਾਂ ਦੇ ਵਿੱਚ ਰੇਲਾਂ ਰੋਕੀਆਂ ਗਈਆਂ। ਕੁਝ ਥਾਵਾਂ ਦੇ ਉੱਤੇ ਰੇਲਵੇ ਵਿਭਾਗ ਨੇ ਆਪ ਹੀ ਰੇਲਾਂ 10 ਤੋਂ 4 ਬੰਦ ਕਰਤੀਆਂ ਸੀ। ਸੜਕਾਂ, ਰੇਲਵੇ ਲਾਈਨਾਂ ਸੁੰਨੀਆਂ ਹੋ ਗਈਆਂ ਸੀ। ਪਰ ਸੋਨੀਪਤ ਦੇ ਵਿੱਚ RPF ਰੇਲਵੇ ਪ੍ਰੋਟੈਕਸ਼ਨ ਫੋਰਸ ਵੱਲੋਂ 100 ਤੋਂ ਵੱਧ ਅਣਪਛਾਤੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਾਇਆ ਗਿਆ ਹੈ। ਕਿਸਾਨ ਆਗੂ ਨੇ ਤਾਂ ਉਹਨਾਂ ਨੇ ਦੀਪ ਸਿੱਧੂ ਦੇ ਖਿਲਾਫ ਇੱਕ ਮਤਾ ਪਾਇਆ, ਜਿਸ ਨੂੰ ਲੈ ਕੇ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਵੀ ਇੱਕ ਚੇਤਾਵਨੀ ਦਿੱਤੀ ਹੈ ਜੀ। ਦੇਖੋ, ਜਦੋਂ ਤੋਂ ਇਹ ਉੱਥੇ ਬੈਠੇ ਨੇ, ਨਿਹੰਗ ਸਿੰਘ ਜਥੇਬੰਦੀਆਂ ਵੀ ਉੱਥੇ ਮੋਰਚੇ ਲਾ ਕੇ ਬਹਿ ਗਈਆਂ, ਔਰ ਜਦੋਂ ਤੋਂ ਬੈਠੇ ਨੇ ਉਦੋਂ ਤੋਂ ਹੀ ਕਈ ਕਿਸਮ ਦੇ ਟਕਰਾਅ ਵਾਲੀਆਂ ਨੀਤੀਆਂ ਜਿਹੜੀਆਂ ਸੀਗੀਆਂ ਸਰਕਾਰਾਂ ਨਾਲ, ਕਿਵੇਂ ਲੋਕਾਂ ਦਾ ਵਿੱਚ ਜਾਂਦਾ ਸੀ। ਜਿਹੜੇ ਉਹਨਾਂ ਦੇ ਆਗੂ ਨੇ ਨਿਹੰਗ ਜਥੇਬੰਦੀਆਂ ਦੇ, ਉਹ ਕਹਿੰਦੇ ਵੀ ਸਾਡਾ ਤਾਂ ਕਿਸਾਨੀ ਨਾਲ ਤਾਲੁਕਾਤ ਹੀ ਕੋਈ ਨਹੀਂ। ਜੇ ਤੁਹਾਡਾ ਤਾਲੁਕਾਤ ਨਹੀਂ, ਫਿਰ ਤੁਸੀਂ ਉੱਥੇ ਕਿਉਂ ਬੈਠੇ ਹੋ? ਤੁਸੀਂ ਕਿਤੇ ਹੋਰ ਬੈਠੋ ਆਪਦਾ ਜਾ ਕੇ, ਜਿੱਥੇ ਕਿਤੇ। ਉਹ ਕਹਿੰਦਾ ਸਾਡਾ ਕੰਮ ਤਾਂ ਬੇਅਦਬੀਆਂ ਨਾਲ ਹੈ। ਜੇ ਬੇਅਦਬੀਆਂ ਨਾਲ ਹੈ, ਬੇਅਦਬੀਆਂ ਤਾਂ ਸਭ ਤੋਂ ਵੱਧ ਪੰਜਾਬ 'ਚ ਹੋਈਆਂ ਨੇ। ਫਿਰ ਬਰਗਾੜੀ ਲਾਓ ਜਾ ਕੇ ਮੋਰਚਾ ਤੁਸੀਂ, ਜਿੱਥੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚੋਂ ਚੁੱਕ ਕੇ ਬੇਅਦਬੀਆਂ ਕੀਤੀਆਂ ਗਈਆਂ, ਜਾਂ ਜਿਨ੍ਹਾਂ ਦੀ ਸਰਕਾਰ ਵੇਲੇ ਕੀਤੀਆਂ, ਉਹਨਾਂ ਨਾਲ ਲਓ ਟੱਕਰ ਜਾ ਕੇ ਸਿੱਧੀ। ਉਹ ਆਪੇ ਜਵਾਬ ਦੇਣ ਇਹਦਾ। ਸੋ ਦੀਪ ਸਿੱਧੂ ਦੇ ਖਿਲਾਫ ਉਹਨਾਂ ਨੇ ਮਤਾ ਪਾਤਾ। ਕਿਉਂਕਿ ਜਦੋਂ 26 ਜਨਵਰੀ ਦੀ ਘਟਨਾ ਵਾਪਰੀ ਸੀ, ਉਸ ਵੇਲੇ ਵੀ ਜਿਹੜਾ ਦੀਪ ਸਿੱਧੂ ਦਾ ਕਿਰਦਾਰ ਸੀ ਉਹ ਸ਼ੱਕੀ ਸੀ। ਬਾਬਾ ਅਮਨਦੀਪ ਸਿੰਘ ਜਿਹੜੇ ਕਹੇ ਜਾਂਦੇ ਨੇ ਨਿਹੰਗ ਸਿੰਘਾਂ ਦੇ, ਤਾਂ ਉਹਨਾਂ ਦੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਜਿਹੜੀ ਫੋਟੋ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀ। ਕਹਿੰਦੇ ਆ ਕਿ ਜੁਲਾਈ ਮਹੀਨੇ ਦੀ ਇਹ ਤਸਵੀਰ ਹੈ। ਇਹ ਬਾਬਾ ਅਮਨ ਜਾਂਦੇ ਨੇ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਦੇ ਕੋਲ। ਫਿਰ ਉਹ ਜਿਹੜਾ ਉਹਨਾਂ ਦਾ ਖੇਤੀ ਰਾਜ ਮੰਤਰੀ ਹੈ ਕੈਲਾਸ਼ ਚੌਧਰੀ, ਉਹਦੇ ਘਰ ਦੇ ਵਿੱਚ ਲੰਗਰ ਪਾਣੀ ਛਕਦੇ ਵੀ ਨਜ਼ਰ ਆ ਰਹੇ ਨੇ। ਇਹ ਬਾਬਾ ਅਮਨ ਦੱਸਣ ਕਿ ਉਹਨਾਂ ਦਾ ਕਿਹੜੀ ਗੱਲਬਾਤ ਆ। ਬਾਬਾ ਅਮਨ ਦਾ ਜਿਹੜਾ ਅੱਜ ਬਿਆਨ ਸਾਹਮਣੇ ਆਇਆ ਹੈ, ਉਹ ਕਹਿੰਦੇ ਵੀ 27 ਅਕਤੂਬਰ ਨੂੰ ਅਸੀਂ ਮਹਾ ਪੰਚਾਇਤ ਰੱਖ ਲਈ ਆਪਦੀ, ਉਹਦੇ ਵਿੱਚ ਸਾਰੀਆਂ ਪਰਿਸਥਿਤੀਆਂ ਕਲੀਅਰ ਕਰ ਦੇਵਾਂਗੇ। ਸਿੰਘੂ ਬਾਰਡਰ ਦੇ ਉੱਤੇ ਜਿਹੜੀ ਘਟਨਾ ਵਾਪਰੀ ਹੈ, ਇਹ ਤਰਨਤਾਰਨ ਦੇ ਚੀਮਾ ਕਲਾਂ ਪਿੰਡ ਲਖਵੀਰ ਸਿੰਘ ਵਾਲੀ, ਇਹ ਆਮ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰ ਰਹੀ। ਜਿਹੜੀ ਗੱਲ ਨਿਹੰਗ ਜਥੇਬੰਦੀਆਂ ਕਹਿੰਦੀਆਂ ਨੇ ਵੀ ਇਹ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਸੀ। ਕਦੇ ਆ ਜਾਂਦਾ ਹੈ ਕਿ ਉਹ ਸਰਬ ਲੋ ਜਿਹੜਾ ਗ੍ਰੰਥ ਹੈ, ਪੋਥੀ ਹੈ, ਉਹਦੀ ਬੇਅਦਬੀ ਕਰਦਾ ਸੀ। ਉਹਨੇ ਪੱਤਰੇ ਉਹ ਗੜੇ, ਇਹ ਸਾਰਾ ਕੁਝ ਜਿਹੜਾ ਨਿਹੰਗ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਸਪਸ਼ਟ ਕਰਨਾ ਪਵੇਗਾ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਭਾਈ ਰਣਜੀਤ ਸਿੰਘ ਦੀ, ਤਾਂ ਉਹ ਵੀ ਲਗਾਤਾਰ ਜਿਹੜੇ ਸਵਾਲ ਚੱਕ ਰਹੇ ਨੇ ਜੀ। ਉਹ ਵੀ ਇਹੀ ਸਵਾਲ ਚੁੱਕਦੇ। ਰਣਜੀਤ ਸਿੰਘ ਹੋਰਾਂ ਨੇ ਵੀ ਬਾਰ-ਬਾਰ ਇਹੀ ਸਵਾਲ, ਇਹ ਇਕੱਲਾ ਰਣਜੀਤ ਸਿੰਘ ਨਹੀਂ ਚੁੱਕਦਾ, ਇਹ ਮੀਡੀਆ ਦਾ ਹਰ ਵਰਗ ਚੁੱਕ ਰਿਹਾ ਹੈਗਾ। ਇਹਦਾ ਜਿਹੜਾ ਜਵਾਬ ਹੈ, ਉਹ ਜਿਵੇਂ ਬਾਬਾ ਅਮਨ ਜੀ ਨੇ ਕਿਹਾ ਨਿਹੰਗ ਸਿੰਘ ਨੇ ਕਿ ਅਗਲੇ ਦਿਨਾਂ ਦੇ ਵਿੱਚ ਇਹਦਾ ਜਵਾਬ ਦੇਵਾਂਗੇ, ਉਹਨਾਂ ਦਾ ਜਵਾਬ ਆਉਣ ਦਿਓ। ਹੋ ਸਕਦਾ ਉਹਨਾਂ ਕੋਲ ਪੂਰਾ ਤਸੱਲੀ ਬਖਸ਼ ਜਵਾਬ ਹੋਵੇ, ਉਹ ਲੋਕਾਂ ਨੂੰ ਸੰਤੁਸ਼ਟ ਕਰਾ ਸਕਦੇ ਹੋਣ। ਕੈਬਨਿਟ ਮੰਤਰੀ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਜਿਹੜਾ ਟਰਾਂਸਪੋਰਟ ਵਿਭਾਗ ਨੂੰ ਲੈ ਕੇ ਸਰਗਰਮ ਨੇ। ਥਾਂ ਤੇ ਜਿਹੜੇ ਬੱਸ ਅੱਡਿਆਂ ਦੇ ਵਿੱਚ ਸਵੇਰੇ ਜਾ ਕੇ ਛਾਪੇਮਾਰੀ ਵੀ ਕਰਦੇ ਨੇ ਤੇ ਮੁਲਾਜ਼ਮਾਂ ਨਾਲ ਗੱਲਬਾਤ ਵੀ ਕਰਦੇ ਨੇ। ਤੇ ਉੱਥੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਉੱਤੇ ਠੱਲ ਪਈ ਹੈ, ਤੇ ਜਿਹੜੀਆਂ ਰੋਡਵੇਜ ਬੱਸਾਂ ਨੇ ਉਹ ਜ਼ਿਆਦਾ ਚੱਲਣ ਲੱਗ ਗਈਆਂ, ਤਾਂ ਜੋ ਉਹਨਾਂ ਦੀ ਹੁਣ ਆਮਦਨ ਵੀ ਵੱਧਦੀ ਦਿਖਾਈ ਦੇ ਰਹੀ ਹੈ ਜੀ। ਦੇਖੋ, ਰਾਜਾ ਵੜਿੰਗ ਜਦੋਂ ਤੋਂ ਮੰਤਰੀ ਬਣਿਆ ਉਦੋਂ ਤੋਂ ਚਰਚਾ ਦੇ ਵਿੱਚ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇੰਦਰਜੀਤ ਸਿੰਘ ਜੀਰਾ ਸਿਹਤ ਮੰਤਰੀ ਬਣੇ ਸਨ, ਉਹ ਵੀ ਹਸਪਤਾਲਾਂ ਦੇ ਉੱਤੇ ਛਾਪੇਮਾਰੀ ਬਹੁਤ ਕਰਦੇ ਸਨ। ਰਾਜੇ ਵੜਿੰਗ ਨੇ ਆਮਦਨ ਵਧਾਤੀ, ਸਾਰਾ ਕੁਝ ਠੀਕ। ਉਹਨਾਂ ਨੇ ਸਫਾਈ ਮੁਹਿੰਮ ਬੱਸਾਂ ਦੇ ਵਿੱਚ, ਅੱਡਿਆਂ ਦੇ ਵਿੱਚ ਸ਼ੁਰੂ ਕੀਤੀ, ਬਿਲਕੁਲ ਜਾਇਜ਼। ਉਹਨਾਂ ਨੇ ਸਾਰਾ ਕੁਝ ਕੀਤਾ। 175 ਬੱਸਾਂ ਫੜਤੀਆਂ ਉਹਨਾਂ ਨੇ। ਟੈਕਸ ਸਰਕਾਰ 'ਚ ਆਉਣ ਲੱਗਿਆ। ਰਾਜੇ ਦਾ ਤਰਕ ਇਹ ਵੀ ਠੀਕ ਕਿ ਕਰੋਨਾ ਮਹਾਮਾਰੀ ਦੌਰਾਨ ਟੈਕਸਾਂ ਦਾ ਪੰਜਾਬ ਸਰਕਾਰ ਨੇ 100 ਕਰੋੜ ਰੁਪਈਆ ਮਾਫ ਕੀਤਾ ਸੀ। ਇਹ ਗੱਲ ਜਾਇਜ਼ ਹੈ ਬਿਲਕੁਲ। ਤਾਂ ਬੱਸਾਂ ਵੀ ਫੜਤੀਆਂ, ਪਰ ਲੋਕਾਂ ਦੇ ਇੱਕ ਗੱਲ ਗਲੇ 'ਚ ਨਹੀਂ ਉਤਰਦੀ ਕਿ ਸਾਰੀਆਂ ਟੈਕਸ ਚੋਰੀਆਂ ਗੈਰ ਕਾਂਗਰਸੀ ਲੋਕ ਕਰਦੇ ਸੀ। ਬੱਸਾਂ ਕਾਂਗਰਸੀਆਂ ਦੀ ਬਥੇਰੀਆਂ ਨੇ, ਉਹ ਸਾਰੀਆਂ ਜਾਇਜ਼ ਚੱਲ ਰਹੀਆਂ ਨੇ। ਇਸ ਕਰਕੇ
ਉਹਨਾਂ ਨੂੰ ਇਹਦਾ ਜਵਾਬ ਦੇਣਾ ਪਵੇਗਾ। ਜਿਹੜਾ ਕੁਝ ਉਹ ਕਰ ਰਿਹਾ ਹੈ ਉਹਦੇ ਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ। ਲੋਕ ਇਹ ਕਹਿੰਦੇ ਨੇ, ਖੁਸ਼ ਨੇ ਕਿ ਜੇ ਸਰਕਾਰੀ ਬੱਸਾਂ ਦੇ ਖਜ਼ਾਨੇ ਦੇ ਵਿੱਚ 40 ਲੱਖ ਰੁਪਈਆ ਰੋਜ਼ ਵੱਧ ਗਿਆ ਤਾਂ ਮਹੀਨੇ ਦੇ ਵਿੱਚ ਤਾਂ 40 ਲੱਖ ਦੇ ਹਿਸਾਬ ਨਾਲ 12 ਕਰੋੜ ਰੁਪਈਆ ਆਮਦਨ ਵੱਧ ਜਾਣੀ ਹੈ, ਤੇ ਸਾਲ ਦੇ ਬਾਹਰੋਂ ਵਾਰੀ 144 ਕਰੋੜ। ਇਹ ਜੇ ਇੰਨਾ ਕੁਝ ਇਹਨਾਂ ਨੇ ਕਰ ਦਿੱਤਾ, ਉਹਦੇ ਨਾਲ ਸਰਕਾਰੀ ਅਦਾਰੇ ਮਜ਼ਬੂਤ ਹੋਣਗੇ। ਸਮੱਸਿਆ ਹੀ ਸਭ ਤੋਂ ਵੱਧ ਇਹ ਹੈ ਕਿ ਚਾਰੇ ਪਾਸੇ ਸਰਕਾਰੀ ਖਜ਼ਾਨਾ ਲੁੱਟਿਆ ਜਾ ਰਿਹਾ ਹੈ। ਔਰ ਅੱਜ ਚਲੋ ਅਸੀਂ ਜਿਹੜੀ ਕਾਂਗਰਸ ਵਾਲਾ ਮੈਂ ਗੱਲ ਕਹੀ ਹੈ ਕਿ ਕਾਂਗਰਸ ਦੀਆਂ ਬੱਸਾਂ ਕਿਉਂ ਨਹੀਂ ਫੜੀਆਂ ਗਈਆਂ, ਇਹਦੇ ਬਾਰੇ ਉਹ ਆਪਦਾ ਜਵਾਬ ਦੇਣ। ਲੇਕਿਨ ਜਿਹੜੀਆਂ 175 ਫੜੀਆਂ ਗਈਆਂ, ਭਾਵੇਂ ਕਿਸੇ ਪਾਰਟੀ ਵਾਲਿਆਂ ਦੇ ਨਾਲ ਸੰਬੰਧ ਸੀ, ਇਹਦਾ ਮਤਲਬ ਇਹ ਪੂਰੇ ਜ਼ੋਰ ਦੇ ਨਾਲ ਸਰਕਾਰ ਨੂੰ ਲੁੱਟਣ ਲੱਗੇ ਹੋਏ ਸੀ। ਔਰ ਇਸ ਇਸ਼ੂ ਤੇ ਅਜੇ ਤੱਕ ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਜਵਾਬ ਆਇਆ ਹੈ, ਨਾ ਜਿਨ੍ਹਾਂ ਦੀਆਂ ਬੱਸਾਂ ਫੜੀਆਂ ਗਈਆਂ ਉਹਨਾਂ ਦਾ ਕੋਈ ਜਵਾਬ ਆਇਆ ਤਸੱਲੀ ਬਖਸ਼। ਇਹ ਸਾਰੇ ਦਾ ਸਾਰਾ ਇਹਦਾ ਮਤਲਬ ਇਹ ਗੋਰਖ ਧੰਦਾ ਜਿਹੜਾ ਨਵਜੋਤ ਸਿੰਘ ਸਿੱਧੂ ਇਲਜ਼ਾਮ ਲਾਉਂਦਾ ਕਿ ਮਿਲ ਕੇ ਖੇਡਦੇ ਸੀਗੇ, ਉਹ ਤਾਂ ਫਿਰ ਸਹੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਗਰ ਗੱਲ ਨਵਜੋਤ ਸਿੰਘ ਸਿੱਧੂ ਦੀ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚਕਾਰ ਪਹਿਲਾਂ ਤਾਂ ਕਾਫੀ ਪਿਆਰ ਨਜ਼ਰ ਆਉਂਦਾ ਸੀਗਾ। ਹੁਣ ਲਗਾਤਾਰ ਜਿਹੜਾ ਉਹ ਦੂਰੀਆਂ ਵੱਧਦੀਆਂ ਜਾ ਰਹੀਆਂ ਨੇ ਤੇ ਹੁਣ ਅੱਜ ਨਵਜੋਤ ਸਿੰਘ ਸਿੱਧੂ ਰਾਜ ਭਵਨ ਪਹੁੰਚੇ ਨੇ। ਪਰਸੋਂ ਰਾਤ ਦੀ ਗੱਲ ਹੈ। ਪਰਸੋਂ ਰਾਤ ਦੀ ਗੱਲ ਦੇ ਵਿੱਚ ਇਹਨਾਂ ਦੀ ਲੰਬੀ ਮੀਟਿੰਗ ਹੋਈ ਹੈ, ਖਾਣਾ ਵੀ ਦੋਨਾਂ ਨੇ ਇਕੱਠਿਆਂ ਖਾਧਾ ਹੈ। ਉਹਦੇ ਵਿੱਚ ਪ੍ਰਗਟ ਸਿੰਘ ਵੀ ਸੀਗਾ, ਉਹਦੇ ਵਿੱਚ ਹਰੀਸ਼ ਚੌਧਰੀ ਵੀ ਸੀ ਜਿਹੜੇ ਜਨਰਲ ਸਕੱਤਰ ਨੇ ਤੇ ਦਰਸ਼ਕ ਨੇ ਪੰਜਾਬ ਵਾਸਤੇ। ਉਹਨਾਂ ਦੇ ਆਪਸ ਵਿੱਚ ਦੀ ਕਈ ਗੱਲਾਂ ਬਾਤਾਂ ਹੋਈਆਂ। ਮੋਟੀਆਂ ਗੱਲਾਂ ਦੋ ਹੀ ਨੇ ਕਿ ਇੱਕ ਤਾਂ DGP ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੋਰੀ ਨਾਰਾਜ਼ ਨੇ, ਤੇ ਦੂਜਾ ਜਿਹੜਾ ਹੈਗਾ ਐਡਵੋਕੇਟ ਜਨਰਲ ਵਾਲੇ ਮਾਮਲੇ 'ਚ ਨਾਰਾਜ਼ ਨੇ। DGP ਵਾਲੇ ਮਾਮਲੇ ਦੇ ਵਿੱਚ ਜਿਹਨੂੰ ਨਵਜੋਤ ਸਿੰਘ ਸਿੱਧੂ ਲਵਾਉਣਾ ਚਾਹੁੰਦੇ ਸੀ ਸਿਧਾਰਥ ਚਟੋਪਾਧਿਆ ਨੂੰ, ਚਟੋਪਾਧਿਆ ਸਾਹਿਬ ਨੂੰ ਇੱਕ ਅਹਿਮ ਅਹੁਦਾ ਵਿਜੀਲੈਂਸ ਦਾ ਮੁਖੀ ਲਾ ਦਿੱਤਾ ਗਿਆ ਹੈਗਾ। 10 ਬੰਦਿਆਂ ਦਾ ਪੈਨਲ ਭੇਜਤਾ ਕੇਂਦਰ UPSC ਨੂੰ ਕਿ ਤੁਸੀਂ ਇਹਦੇ 'ਚੋਂ 3 ਬੰਦਿਆਂ ਦੀ ਸ਼ਾਰਟ ਲਿਸਟ ਕਰਕੇ ਭੇਜ ਦਿਓ। ਉਹ ਸ਼ਾਇਦ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਉਹ 3 ਜਿਹੜੇ ਬੰਦੇ ਆਉਣਗੇ ਤੁਹਾਡੀ ਰਾਏ ਦੇ ਨਾਲ ਉਹਨਾਂ 'ਚੋਂ 3 'ਚੋਂ ਇੱਕ ਨੂੰ DGP ਚੁਣ ਲਿਆ ਜਾਵੇਗਾ। ਦੂਜੀ ਗੱਲ ਆ ਗਈ ਬੇਅਦਬੀਆਂ ਦੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਠੀਕ ਹੈ ਇਹਨੂੰ ਲਾਇਆ ਐਡਵੋਕੇਟ ਜਨਰਲ ਨੂੰ। ਐਡਵੋਕੇਟ ਜਨਰਲ ਤੋਂ ਪਹਿਲਾਂ ਉਹ ਇੱਕ ਵਕੀਲ ਸੀ। ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਜ ਭਵਨ ਨਹੀਂ ਪੰਜਾਬ ਭਵਨ ਵੀ ਪਹੁੰਚੇ ਨੇ ਜੀ ਦੁਬਾਰਾ ਫਿਰ। ਪੰਜਾਬ ਭਵਨ ਦੇ ਵਿੱਚ ਗਏ ਹੋਣਗੇ, ਰਾਜ ਭਵਨ ਦੇ ਵਿੱਚ ਪਰਸੋਂ ਰਾਤ ਨੂੰ ਮੁਲਾਕਾਤ ਸੀ। ਪੰਜਾਬ ਭਵਨ ਗਏ ਹੋਣਗੇ ਤਾਂ ਪੰਜਾਬ ਕਾਂਗਰਸ ਭਵਨ ਨਾ ਗਏ ਹੋਣ। ਤਾਂ ਉਹਨਾਂ ਨੇ ਤਾਂ ਕਿਹਾ ਸੀਗਾ ਕਿ ਮੇਰਾ ਮੰਜਾ ਉਹਨੇ ਇੱਥੇ ਟਿਕ ਗਿਆ। ਪਤਾ ਨਹੀਂ ਇਹ ਵੀ ਦੱਸ ਦੇਣ ਨਵਜੋਤ ਸਿੰਘ ਸਿੱਧੂ ਹੋਰੀ ਉਹ ਕਿੰਨੇ ਦਿਨ ਉੱਥੇ ਨੇ। ਹਾਂ, ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ, ਜਿਹੜਾ ਉਹ ਕਹਿੰਦੇ ਨੇ ਕਿ ਰੁਪਿੰਦਰ ਤੇ ਜਸਵਿੰਦਰ ਤੇ ਜਿਨ੍ਹਾਂ ਨੇ ਤਸ਼ੱਦਦ ਕੀਤਾ ਤੁਸੀਂ ਉਹਨਾਂ ਨੂੰ DGP ਲਾਇਆ। ਉਹ ਜਿਹੜੀਆਂ ਮੰਗਾਂ ਵੀ ਅਸੀਂ 17 ਦੇ ਵਿੱਚ ਐਲਾਨ ਕੀਤੀਆਂ ਸੀ ਉਹਨਾਂ ਨੂੰ ਲੈ ਕੇ ਲੋਕਾਂ 'ਚ ਜਾਣਾ ਹੈ। ਉਹ ਕਿਵੇਂ ਜਾਵਾਂਗੇ ਜੇ ਉਹ ਸਾਰੇ ਉਵੇਂ ਜਿਵੇਂ ਦੰਦਰਾਉਂਦੇ ਹੋਣ। ਸਭ ਤੋਂ ਅਹਿਮ ਮੱਦ ਜਿਹੜੀ ਹੈ ਬੇਅਦਬੀ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਖੂੰਜੇ ਲਾਇਆ ਸੀ, ਪਿੱਛੇ ਕੀਤਾ ਸੀ ਤੇ ਉਹਦਾ ਇਨਸਾਫ ਨਹੀਂ ਮਿਲ ਸਕਿਆ। ਅੱਜ ਵੀ ਉਹ ਜਿਉਂਦੇ ਤਿਉਂ ਹੈ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਬਕਾਇਦਾ ਅਸੀਂ ਇਹਦੇ ਵਿੱਚ ਪੂਰਾ ਇਨਸਾਫ ਦੇਵਾਂਗੇ। ਉਹ ਇਨਸਾਫ ਕਦੋਂ ਮਿਲਦਾ ਹੈ, ਇਹ ਇੱਕ ਅਹਿਮ ਮਾਮਲਾ ਹੈਗਾ। ਦੂਜਾ ਨਸ਼ਿਆਂ ਦਾ ਮਾਮਲਾ ਹੈ। ਨਸ਼ਿਆਂ ਦੇ ਮਾਮਲੇ ਦੇ ਵਿੱਚ ਅਜੇ ਵੀ ਤਰੀਕਾ ਤੇ ਤਰੀਕਾ ਗਾਹਾਂ ਨੂੰ ਤੁਰੀਆਂ ਜਾਂਦੀਆਂ ਨੇ। ਪਤਾ ਨਹੀਂ ਇਹ ਕਿਉਂ ਤਿਆਰੀ ਨਹੀਂ ਕਰਦੇ। ਜੇ ਮਹੀਨਾ ਕਿ ਇਹਨਾਂ ਨੇ ਹੋਰ ਟਪਾਤਾ ਫਿਰ ਤਾਂ ਇਹ ਆਪਦਾ ਚੁੱਪ ਕਰਕੇ ਬੈਠ ਜਾਣ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਲਖੀਮਪੁਰ ਦੇ ਵਿੱਚ ਕਿਸਾਨਾਂ ਉੱਪਰ ਗੱਡੀ ਚਾੜੀ ਗਈ ਸੀ, ਜਿਸ ਦੇ ਵਿੱਚ ਕਈ ਕਿਸਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦਾ ਜਿਹੜਾ ਉਹ ਨੁਕਸਾਨ ਹੋਇਆ ਸੀਗਾ ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਤੇ ਉਹਨਾਂ ਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਨੇ। ਜਿਹਦੇ ਚੱਲਦਿਆਂ ਬੀਤੇ ਦਿਨ ਉਹਨਾਂ ਨੇ ਰੇਲਵੇ ਟਰੈਕ ਜਿਹੜੇ ਉਹ ਰੋਕੇ ਸਨ, ਜਿਹਦੇ ਚੱਲਦਿਆਂ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਿਆ ਗਿਆ। ਕਈ ਕਿਸਾਨਾਂ ਉੱਤੇ ਜਿਹੜਾ ਉਹ ਪਰਚਾ ਦਰਜ ਵੀ ਕੀਤਾ ਗਿਆ ਜੀ। ਇਹ ਕਿਸਾਨ ਜਥੇਬੰਦੀਆਂ ਨੇ ਜਦੋਂ ਲਖੀਮਪੁਰ ਖੇੜੀ ਦੇ ਵਿੱਚ ਜਿਹੜੇ 5 ਵਿਅਕਤੀ ਉੱਥੇ 5 ਕਿਸਾਨ ਮਾਰੇ ਗਏ ਸਨ, ਇੱਕ ਪੱਤਰਕਾਰ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇੱਕ ਫੈਸਲਾ ਕੀਤਾ ਸੀ ਕਿ 15 ਅਕਤੂਬਰ ਦੁਸਹਿਰੇ ਵਾਲੇ ਦਿਨ ਅਸੀਂ
ਵੱਡੇ ਆਗੂਆਂ ਤੇ ਕਾਰਪੋਰੇਟ ਘਰਾਣਿਆਂ ਦੇ, ਖਾਸ ਕਰ ਨਰਿੰਦਰ ਮੋਦੀ, ਅਮਿਤ ਸ਼ਾਹ, ਤੋਮਰ, ਯੋਗੀ ਆਦਿੱਤਿਆਨਾਥ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜਾਂਗੇ। ਧਾਰਮਿਕਤਾ ਕਰਕੇ ਇਹ ਪ੍ਰੋਗਰਾਮ ਬਦਲ ਕੇ 16 ਅਕਤੂਬਰ ਕਰ ਦਿੱਤਾ ਗਿਆ। ਉਸ ਤੋਂ ਬਾਅਦ 18 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਹੁਣ ਕਈਆਂ ਨੇ ਇਹ ਪਾਇਆ ਕਿ ਸਵਾਰੀਆਂ ਤੰਗ ਹੋਈਆਂ ਜੀ, ਉੱਥੇ ਆਹ ਹੋਇਆ, ਉੱਥੇ ਬਹੁ ਹੋਇਆ, ਉੱਥੇ ਹੋਇਆ। ਜਦੋਂ ਜਿਹੜੀ ਚੀਜ਼ 10 ਦਿਨ ਪਹਿਲਾਂ ਕਹਿ ਦਿੱਤੀ ਗਈ ਸੀ, ਲੋਕਾਂ ਨੇ, ਬਹੁਤ ਸਾਰਿਆਂ ਨੇ ਆਪਣੇ ਪ੍ਰੋਗਰਾਮ ਉਸ ਤਰੀਕੇ ਨਾਲ ਬਣਾ ਲਏ ਸਨ ਕਿ ਅੱਗੇ ਪਿੱਛੇ ਰੱਖ ਲਿਆ ਜਾਵੇ। ਪਰ ਕਈ ਗੋਦੀ ਮੀਡੀਆ ਹੋਰ ਨਾ, ਉਹਨਾਂ ਦਾ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਦਾ ਦਰਦ ਤਾਂ ਨਹੀਂ ਨਜ਼ਰ ਆਉਂਦਾ ਉਹਨਾਂ ਨੂੰ ਵੀ ਆਹ ਦੇਖੋ ਜੀ ਇੰਨੀ ਦੇਰ ਵਾਸਤੇ ਇੱਥੇ ਆ। ਹਾਲਾਂਕਿ ਜਿੱਥੇ ਜਿੱਥੇ ਰੇਲਾਂ ਰੋਕੀਆਂ ਗਈਆਂ ਕਿਸਾਨਾਂ ਵੱਲੋਂ ਬਾਕਾਇਦਾ ਸਾਰੀਆਂ ਸਵਾਰੀਆਂ ਜਿੰਨੀਆਂ ਕਿ ਵੀ ਸੀਗੀਆਂ, ਕਈ ਥਾਵਾਂ ਦੇ ਉੱਤੇ ਤਾਂ ਸਵਾਰੀਆਂ ਹੀ 5-4 ਸੀ ਗੱਡੀ ਸੀ, ਉਹਨਾਂ ਨੇ ਬਦਲਵੇਂ ਪ੍ਰਬੰਧ ਰਾਹੀਂ ਅੱਗੇ ਭੇਜਤਾ। ਲੇਕਿਨ ਜਿੱਥੇ ਕਿਤੇ ਜ਼ਿਆਦਾ ਸੀ ਉੱਥੇ ਉਹਨਾਂ ਨੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ, ਉਹਨਾਂ ਨੂੰ ਚਾਹ ਪਾਣੀ ਲੰਗਰ ਛਕਾਇਆ ਗਿਆ। ਜਦੋਂ ਅੰਦੋਲਨ ਚੱਲਦਾ ਹੈ, ਐਲਾਨ ਪਹਿਲਾਂ ਹੋਇਆ ਵੈ, ਤਾਂ ਫਿਰ ਅਸੀਂ ਜੇ ਜਾ ਕੇ ਉਹਦੇ ਵਿੱਚ ਫਸਾਂਗੇ ਤਾਂ ਅਸੀਂ ਜ਼ਿੰਮੇਵਾਰ ਹੈ। ਬਹੁਤ ਸਾਰੇ ਖੇਤਰਾਂ ਦੇ ਵਿੱਚ ਰੇਲਾਂ ਰੋਕੀਆਂ ਗਈਆਂ। ਕੁਝ ਥਾਵਾਂ ਦੇ ਉੱਤੇ ਰੇਲਵੇ ਵਿਭਾਗ ਨੇ ਆਪ ਹੀ ਰੇਲਾਂ 10 ਤੋਂ 4 ਬੰਦ ਕਰਤੀਆਂ ਸੀ। ਸੜਕਾਂ, ਰੇਲਵੇ ਲਾਈਨਾਂ ਸੁੰਨੀਆਂ ਹੋ ਗਈਆਂ ਸੀ। ਪਰ ਸੋਨੀਪਤ ਦੇ ਵਿੱਚ RPF, ਰੇਲਵੇ ਪ੍ਰੋਟੈਕਸ਼ਨ ਫੋਰਸ ਵੱਲੋਂ 100 ਤੋਂ ਵੱਧ ਅਣਪਛਾਤੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਾਇਆ ਗਿਆ। ਇਹ ਅਣਪਛਾਤੇ ਨੇ, ਨਾਲ 120 ਵੀ ਲਾ ਦਿੰਦੇ ਹੁੰਦੇ ਆ ਆਮ ਤੌਰ 'ਤੇ ਵੀ, ਤਾਂ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੇ ਸਾਹਮਣੇ ਆਈ ਜਾਣਗੇ ਉਹਨਾਂ ਨੂੰ ਆਪਾਂ ਬਾਈ ਨੇਮ ਪਰਚੇ ਦਰਜ ਕਰੀ ਜਾਵਾਂਗੇ। ਇਹ ਅਕਸਰ ਹੋਇਆ ਕਰਦਾ। ਬਾਅਦ ਦੇ ਵਿੱਚ ਜਦੋਂ ਸਮਝੌਤੇ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਫਿਰ ਇਹ ਜਿਹੜੇ ਪਰਚੇ ਪੁਰਚੇ ਉਹ ਖਤਮ ਹੋ ਜਾਂਦੇ ਨੇ। ਪਰ ਅਜੇ ਤੱਕ ਇਹ ਜਿੰਨੇ ਕਿਸਾਨਾਂ ਨੂੰ ਨਿੰਦਣ ਵਾਲਾ ਕਦਮ ਕਰਦੇ ਨੇ, ਜੇ ਇੰਨੀ ਗੱਲ ਸਾਰੇ ਜਣੇ ਰਲ ਕੇ ਇਹ ਨਰਿੰਦਰ ਮੋਦੀ ਨੂੰ ਸਮਝਾ ਲੈਣ ਕਿ ਭਾਈ ਤੁਸੀਂ ਇਹਨੂੰ ਬੰਦ ਕਰ ਦਿਓ। ਮਾਣਯੋਗ ਅਦਾਲਤਾਂ ਕਿਸਾਨਾਂ 'ਤੇ ਤੰਜ ਤਾਂ ਬਹੁਤ ਕੱਸਦੀਆਂ ਨੇ, ਅਤੇ ਜੇ ਇਹ ਕਹਿ ਦਿੱਤਾ ਜਾਵੇ ਕਿ ਇਹ ਕਾਨੂੰਨ ਰੱਦ ਕਰਕੇ ਇਹਨਾਂ ਨੂੰ ਨਵੇਂ ਸਿਰੇ ਤੋਂ ਬਣਾ ਲਓ, ਸਾਰੀਆਂ ਧਿਰਾਂ ਮਿਲ ਬੈਠ ਕੇ ਉਹਦੇ 'ਚ ਕੋਈ ਗੱਲਬਾਤ ਕਰ ਲਓ। ਕਿਸਾਨ ਉੱਥੇ ਕੋਈ ਸ਼ੌਕ ਦੇ ਮਾਰੇ ਨਹੀਂ ਬੈਠੇ। ਇਸ ਸਰਕਾਰ ਨੇ ਉਹਨਾਂ ਦੇ ਭਵਿੱਖ ਨੂੰ ਖਰਾਬ ਕਰ ਦਿੱਤਾ ਹੈ, ਜਿਹਦੇ ਕਰਕੇ ਅੱਜ ਵਿਸ਼ਵ ਪੱਧਰ ਦੇ ਲੋਕ, ਵਿਸ਼ਵ ਪੱਧਰ ਦਾ ਤੰਤਰ ਕਿਸਾਨਾਂ ਦੀ ਹਮਾਇਤ ਦੇ ਵਿੱਚ ਡਟ ਕੇ ਖੜ੍ਹਾ ਹੈ। ਔਰ ਕਿਸਾਨ ਆਪਣੀਆਂ ਮੰਗਾਂ ਲਈ ਦ੍ਰਿੜ ਇਰਾਦੇ ਨਾਲ ਬੈਠੇ ਨੇ। ਇਹ ਜਿਹੜੇ ਕੇਂਦਰ ਸਰਕਾਰ ਵਾਲੇ ਨੇ ਆਪਣੀਆਂ ਏਜੰਸੀਆਂ ਦੇ ਰਾਹੀਂ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸੋ ਇਹ ਜਿਹਾ ਨਹੀਂ ਹੋਣਾ ਚਾਹੀਦਾ। ਜਿੰਨਾ ਜ਼ੋਰ ਤੁਸੀਂ ਇਹ ਸਾਰੇ ਮਾਮਲੇ ਦੇ ਉੱਤੇ ਲਾਤਾ, ਰੇਲਾਂ ਰੋਕਣ ਨਾਲ ਵਿੱਤੀ ਨੁਕਸਾਨ ਵੀ ਹੋਇਆ, ਕਿੰਨਾ ਹੀ ਨੁਕਸਾਨ ਇਹ ਸਾਰੇ ਮਾਮਲੇ ਨਾਲ ਹੋ ਗਿਆ ਹੋਣਾ। ਉਸ ਤੋਂ ਬਿਹਤਰ ਇਹ ਹੈ ਕਿ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨੋ, ਮੰਗਾਂ ਮੰਨ ਕੇ ਉਹਨਾਂ ਦਾ ਜਿਹੜਾ ਇਹ ਸਾਰਾ ਅੰਦੋਲਨ ਖਤਮ ਹੋਵੇ, ਲੋਕ ਅਮਨ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਸਰ ਕਰਨ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਦੇ ਜਿਹੜੇ ਕਿਸਾਨ ਆਗੂ ਨੇ, ਤਾਂ ਉਹਨਾਂ ਨੇ ਦੀਪ ਸਿੱਧੂ ਦੇ ਖਿਲਾਫ ਇੱਕ ਮਤਾ ਪਾਇਆ, ਜਿਸ ਨੂੰ ਲੈ ਕੇ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਵੀ ਇੱਕ ਚੇਤਾਵਨੀ ਦਿੱਤੀ ਹੈ ਜੀ। ਦੇਖੋ, ਜਦੋਂ ਤੋਂ ਇਹ ਉੱਥੇ ਬੈਠੇ ਨੇ, ਨਿਹੰਗ ਸਿੰਘ ਜਥੇਬੰਦੀਆਂ ਵੀ ਉੱਥੇ ਮੋਰਚੇ ਲਾ ਕੇ ਬਹਿ ਗਈਆਂ। ਔਰ ਜਦੋਂ ਤੋਂ ਬੈਠੇ ਨੇ ਉਦੋਂ ਤੋਂ ਹੀ ਕਈ ਕਿਸਮ ਦੇ ਟਕਰਾਅ ਵਾਲੀਆਂ ਨੀਤੀਆਂ ਜਿਹੜੀਆਂ ਸੀਗੀਆਂ ਸਰਕਾਰਾਂ ਨਾਲ, ਕਿਵੇਂ ਲੋਕਾਂ ਦਾ ਵਿੱਚ ਜਾਂਦਾ ਸੀ। ਜਿਹੜੇ ਉਹਨਾਂ ਦੇ ਆਗੂ ਨੇ ਨਿਹੰਗ ਜਥੇਬੰਦੀਆਂ ਦੇ, ਉਹ ਕਹਿੰਦੇ ਵੀ ਸਾਡਾ ਤਾਂ ਕਿਸਾਨੀ ਨਾਲ ਤਾਲੁਕਾਤ ਹੀ ਕੋਈ ਨਹੀਂ। ਜੇ ਤੁਹਾਡਾ ਤਾਲੁਕਾਤ ਨਹੀਂ, ਫਿਰ ਤੁਸੀਂ ਉੱਥੇ ਕਿਉਂ ਬੈਠੇ ਹੋ? ਤੁਸੀਂ ਕਿਤੇ ਹੋਰ ਬੈਠੋ ਆਪਦਾ ਜਾ ਕੇ, ਜਿੱਥੇ ਕਿਤੇ। ਉਹ ਕਹਿੰਦਾ ਸਾਡਾ ਕੰਮ ਤਾਂ ਬੇਅਦਬੀਆਂ ਨਾਲ ਹੈ। ਜੇ ਬੇਅਦਬੀਆਂ ਨਾਲ ਹੈ, ਬੇਅਦਬੀਆਂ ਤਾਂ ਸਭ ਤੋਂ ਵੱਧ ਪੰਜਾਬ 'ਚ ਹੋਈਆਂ ਨੇ। ਫਿਰ ਬਰਗਾੜੀ ਲਾਓ ਜਾ ਕੇ ਮੋਰਚਾ ਤੁਸੀਂ, ਜਿੱਥੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚੋਂ ਚੁੱਕ ਕੇ ਬੇਅਦਬੀਆਂ ਕੀਤੀਆਂ ਗਈਆਂ ਜਾਂ ਜਿਨ੍ਹਾਂ ਦੀ ਸਰਕਾਰ ਵੇਲੇ ਕੀਤੀਆਂ, ਉਹਨਾਂ ਨਾਲ ਲਓ ਟੱਕਰ ਜਾ ਕੇ ਸਿੱਧੀ। ਉਹ ਆਪੇ ਜਵਾਬ ਦੇਣ ਇਹਦਾ। ਸੋ ਦੀਪ ਸਿੱਧੂ ਦੇ ਸ਼ੱਕ ਕਰਦੇ ਆ ਕਿ ਦੀਪ ਸਿੱਧੂ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨਾਲ ਅਤੇ ਉੱਥੋਂ ਦੀਆਂ ਏਜੰਸੀਆਂ ਨਾਲ ਰਲਿਆ ਹੋਇਆ ਹੈ। ਜਦੋਂ 26 ਜਨਵਰੀ ਵਾਲੇ ਦਿਨ ਜਿਵੇਂ ਉਹ ਭੱਜਿਆ ਹੈ,
ਉਹ ਸਭ ਦੇ ਸਾਹਮਣੇ ਹੈ। ਦੀਪ ਸਿੱਧੂ ਭਾਵੇਂ ਲੱਖ ਸਪਾਈਆਂ ਦੇ ਦੇਵੇ, ਪਰ ਅਜੇ ਤੱਕ ਵੀ ਦੀਪ ਸਿੱਧੂ ਦੇ ਜਿਹੜਾ ਉਹਦਾ ਕਿਰਦਾਰ ਹੈ ਉਹ ਕਿਸਾਨੀ ਨਜ਼ਰਾਂ ਦੇ ਵਿੱਚ ਕੋਈ ਜ਼ਿਆਦਾ ਇਹ ਕਹਿ ਲਈਏ ਕਿ ਉਹਨਾਂ ਪ੍ਰਤੀ ਹਮਦਰਦੀ ਵਾਲਾ ਨਹੀਂ। ਉਹਦੇ ਪ੍ਰਤੀ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਸ਼ੱਕ ਦੀ ਨਜ਼ਰ ਨਾਲ ਹੀ ਦੇਖ ਰਹੀਆਂ ਨੇ। ਦੀਪ ਸਿੱਧੂ ਨੇ ਇਹ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰਨ ਦਾ ਯਤਨ ਵੀ ਨਹੀਂ ਕੀਤਾ। ਸੋ ਉਹਨਾਂ ਨੇ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਜੇ ਹੁਣ ਨਿਹੰਗ ਜਥੇਬੰਦੀਆਂ ਵੀ ਕਹਿੰਦੀਆਂ ਨੇ ਵੀ ਸਾਡਾ ਇਹਦੇ ਨਾਲ ਕੋਈ ਤਾਲੁਕਾਤ ਨਹੀਂ, ਅਸੀਂ ਤਾਂ ਬੇਅਦਬੀਆਂ ਕਰਕੇ ਬੈਠੇ ਹਾਂ, ਇਹ ਸਾਰੇ ਮਾਮਲੇ ਦੇ ਵਿੱਚ ਸ਼ੱਕ ਨਜ਼ਰ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਅਗਲੇ ਸਮੇਂ ਦੇ ਵਿੱਚ ਅਸੀਂ ਸਾਰੀ ਸਥਿਤੀ ਹੈ ਉਸ ਤੋਂ ਜਾਣੂ ਕਰਾ ਦੇਵਾਂਗੇ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਬਾਬਾ ਅਮਨਦੀਪ ਸਿੰਘ ਜਿਹੜੇ ਕਹੇ ਜਾਂਦੇ ਨੇ ਨਿਹੰਗ ਸਿੰਘਾਂ ਦੇ, ਤਾਂ ਉਹਨਾਂ ਦੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਜਿਹੜੀ ਫੋਟੋ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀ। ਹਾਂ, ਇਹ ਅੱਜ ਚੰਡੀਗੜ੍ਹ ਤੋਂ ਛਪਦੇ ਅਖਬਾਰ ਅੰਗਰੇਜ਼ੀ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਪ੍ਰਮੁੱਖਤਾ ਨਾਲ ਛਾਪੀ ਗਈ ਹੈ। ਕਹਿੰਦੇ ਆ ਕਿ ਜੁਲਾਈ ਮਹੀਨੇ ਦੀ ਇਹ ਤਸਵੀਰ ਹੈ। ਇਹ ਬਾਬਾ ਅਮਨ ਜਾਂਦੇ ਨੇ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਦੇ ਕੋਲ। ਫਿਰ ਉਹ ਜਿਹੜਾ ਉਹਨਾਂ ਦਾ ਖੇਤੀ ਰਾਜ ਮੰਤਰੀ ਹੈ ਕੈਲਾਸ਼ ਚੌਧਰੀ, ਉਹਦੇ ਘਰ ਦੇ ਵਿੱਚ ਲੰਗਰ ਪਾਣੀ ਛਕਦੇ ਵੀ ਨਜ਼ਰ ਆ ਰਹੇ ਨੇ। ਇਹ ਬਾਬਾ ਅਮਨ ਦੱਸਣ ਕਿ ਉਹਨਾਂ ਦਾ ਕਿਹੜੀ ਗੱਲਬਾਤ ਆ। ਬਾਬਾ ਅਮਨ ਦਾ ਜਿਹੜਾ ਅੱਜ ਬਿਆਨ ਸਾਹਮਣੇ ਆਇਆ ਹੈ, ਉਹ ਕਹਿੰਦੇ ਵੀ 27 ਅਕਤੂਬਰ ਨੂੰ ਅਸੀਂ ਮਹਾਂ ਪੰਚਾਇਤ ਰੱਖ ਲਈ ਆਪਦੀ, ਉਹਦੇ ਵਿੱਚ ਸਾਰੀਆਂ ਪਰਿਸਥਿਤੀਆਂ ਕਲੀਅਰ ਕਰ ਦੇਵਾਂਗੇ। ਸਿੰਘੂ ਬਾਰਡਰ ਦੇ ਉੱਤੇ ਜਿਹੜੀ ਘਟਨਾ ਵਾਪਰੀ ਹੈ, ਇਹ ਤਰਨਤਾਰਨ ਦੇ ਚੀਮਾ ਕਲਾਂ ਪਿੰਡ ਲਖਵੀਰ ਸਿੰਘ ਵਾਲੀ, ਇਹ ਆਮ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰ ਰਹੀ। ਜਿਹੜੀ ਗੱਲ ਨਿਹੰਗ ਜਥੇਬੰਦੀਆਂ ਕਹਿੰਦੀਆਂ ਨੇ ਵੀ ਇਹ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਸੀ, ਕਦੇ ਆ ਜਾਂਦਾ ਹੈ ਕਿ ਉਹ ਸਰਬ ਲੋ ਜਿਹੜਾ ਗ੍ਰੰਥ ਹੈ, ਪੋਥੀ ਹੈ, ਉਹਦੀ ਬੇਅਦਬੀ ਕਰਦਾ ਸੀ। ਉਹਨੇ ਪੱਤਰੇ ਉਹ ਗੜੇ, ਇਹ ਸਾਰਾ ਕੁਝ ਜਿਹੜਾ ਨਿਹੰਗ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਹੋਰ ਤਸਵੀਰਾਂ, ਉਹਨੂੰ ਵੱਢਣ ਵਾਲੀਆਂ ਤਸਵੀਰਾਂ ਤਾਂ ਸਾਹਮਣੇ ਆ ਗਈਆਂ, ਉਹਨੇ ਬੇਅਦਬੀ ਕਿਹੜੀ ਕੀਤੀ ਸੀ, ਉੱਥੇ ਕੋਈ CCTV ਹੋਵੇ, ਕੋਈ ਹੋਰ ਹੋਵੇ, ਇਹ ਸਵਾਲ ਮੰਗਦਾ ਹੈ। ਉਹ ਬੰਦਾ ਕਿਵੇਂ ਉੱਥੋਂ ਆਇਆ ਪਤਾ ਲੱਗਿਆ, ਕਿਉਂਕਿ ਨਿਹੰਗ ਬਾਣੇ ਵਾਲਾ ਬੰਦਾ ਉਹਨੂੰ ਲੈ ਕੇ ਆਇਆ। ਉਹਦੇ ਕੋਈ ਸੰਧੂ ਦਾ ਨਾਂ ਲਿਆ ਜਾ ਰਿਹਾ ਹੈ ਕਿ ਉਹਦੀ ਸੰਧੂ ਨਾਂ ਦਾ ਕੋਈ ਬੰਦਾ ਲੈ ਕੇ ਗਿਆ। ਇਹ ਪੰਜਾਬ ਸਰਕਾਰ ਨੂੰ ਵੀ ਪੰਜਾਬ ਪੁਲਿਸ ਦੇ ਰਾਹੀਂ ਉਹਦੇ ਨਾਲ ਕੌਣ ਬੰਦਾ ਲਗਾਤਾਰ ਗੱਲ ਕਰਦਾ ਸੀ। ਘਰ ਵਾਲੇ ਕਹਿੰਦੇ ਨੇ ਵੀ ਜਦੋਂ ਉਹ ਗੱਲ ਕਰਦਾ ਹੁੰਦਾ ਸੀ ਨਾ, ਤਾਂ ਉਹ ਦੂਜੇ ਕਮਰੇ ਵਿੱਚ ਅਕਸਰ ਚਲਾ ਜਾਂਦਾ ਸੀ, ਸਾਹਮਣੇ ਗੱਲ ਨਹੀਂ ਕਰਦਾ ਸੀ। ਉਹਦੇ ਫੋਨ ਤੋਂ ਇਹ ਤਾਂ ਪਤਾ ਲੱਗ ਸਕਦਾ ਉਹ ਕਿਹਦੇ ਨਾਲ ਲੰਬੀਆਂ ਗੱਲਾਂ ਕਰਦਾ ਹੁੰਦਾ ਸੀ। ਇਹ ਕਹਿਣਾ ਪਰਿਵਾਰ ਵਾਲਿਆਂ ਦਾ, ਉਹ ਕਹਿੰਦਾ ਹੁੰਦਾ ਸੀ ਕਿ ਮੇਰੀ ਹੁਣ ਵੱਡਿਆਂ ਨਾਲ ਹੱਥ ਜੁੜ ਗਏ ਨੇ, ਤੁਸੀਂ ਦੇਖਿਓ ਸਹੀ ਹੁੰਦਾ ਕੀ ਹੈ। ਜਿਵੇਂ ਉਹ ਕਹਿ ਰਹੇ ਨੇ ਕਿ ਉਹ ਨਸ਼ਾ ਵੀ ਕਰਦਾ ਸੀ, ਛੋਟੀਆਂ ਮੋਟੀਆਂ ਵਾਰਦਾਤਾਂ ਦੇ ਵਿੱਚ ਵੀ ਸ਼ਾਮਲ ਹੋ ਜਾਂਦਾ ਹੁੰਦਾ ਸੀ, ਲੇਕਿਨ ਉਹ ਇਸ ਕਿਸਮ ਦਾ ਨਹੀਂ ਸੀ। ਉਹ ਕਹਿੰਦੇ ਉਹ ਤਾਂ ਕਦੇ ਉੱਥੇ ਤਰਨਤਾਰਨ ਨਹੀਂ ਸੀ ਗਿਆ। ਉਹਨੂੰ ਕੌਣ ਲੈ ਕੇ ਆਇਆ, ਇਹ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ। ਭਾਵੇਂ ਨਿਹੰਗ ਸਿੰਘਾਂ ਨੇ ਆਤਮ ਸਮਰਪਣ ਕਰਤਾ ਕਿ ਮੈਂ ਕੀਤਾ ਹੈ, ਇਹ ਸਾਰਾ ਕੁਝ ਜਿਹੜਾ ਜਾਂਚ ਮੰਗਦਾ ਹੈ, ਇਹਦੀ ਨਿਰਪੱਖਤਾ ਨਾਲ ਜਾਂਚ ਹੋਵੇ। ਨਿਹੰਗ ਜਥੇਬੰਦੀਆਂ 100% ਸਹੀ ਹੋ ਸਕਦੀਆਂ ਨੇ, ਪਰ ਉਹਦੀ ਜਾਂਚ ਹੈ ਜਿਹੜੀ ਉਹ ਪ੍ਰਮੁੱਖਤਾ ਨਾਲ ਹੋਵੇ। ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਇਹ ਕੀਤਾ, ਉਹ ਕਹਿੰਦੇ ਵੀ ਬੇਅਦਬੀ ਕਰਕੇ ਕੀਤਾ। ਬੇਅਦਬੀ ਕਰਨ ਆਇਆ ਸੀ ਉੱਥੇ, ਬੇਅਦਬੀ ਕਰਕੇ ਅਸੀਂ ਇਹ ਕਦਮ ਚੱਕਿਆ ਕਿ ਹੁਣ ਤੱਕ ਜਿਹੜੀ ਇੱਕ ਗੱਲ ਉਹਨਾਂ ਦੀ ਤਰਕ ਹੈ, ਉਹ ਗੱਲ ਬਿਲਕੁਲ ਦਰੁਸਤ ਹੈ ਕਿ ਹੁਣ ਤੱਕ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਇਨਸਾਫ ਨਹੀਂ ਮਿਲਿਆ। ਕੋਈ 2015 ਤੋਂ ਪੰਜਾਬ ਦੇ ਵਿੱਚ ਹੋਈਆਂ, ਫਿਰ ਬੇਅਦਬੀਆਂ ਤਾਂ ਸਭ ਤੋਂ ਵੱਧ ਪੰਜਾਬ 'ਚ ਹੋਈਆਂ ਨੇ। ਮਤਲਬ ਪੰਜਾਬੀ ਦੀ ਕਹਾਵਤ ਹੈ ਵੀ ਉਲਟੀ ਗੰਗਾ ਪਹੋਏ ਨੂੰ। ਸੋ ਜੇ ਬਾਬਾ ਅਮਨ ਜਿਹੜਾ ਸਪਸ਼ਟੀਕਰਨ ਦੇ ਰਹੇ ਨੇ ਮੀਡੀਆ ਦੇ ਵਿੱਚ ਜਾ ਕੇ, ਨਾਲ ਉਹ ਕਹਿ ਰਹੇ ਨੇ ਵੀ 27 ਤਰੀਕ ਨੂੰ ਸਾਰਾ ਕੁਝ ਅਸੀਂ ਲੋਕਾਂ ਦੇ ਸਾਹਮਣੇ ਲੈ ਆਵਾਂਗੇ, ਹੁਣ ਕਿਉਂ ਨਹੀਂ? ਤਾਂ ਬਾਬਾ ਅਮਨ ਹੋਰਾਂ ਨੂੰ ਵੀ ਤੁਸੀਂ ਤੋਮਰ ਸਾਹਿਬ ਕੋਲੇ ਕੀ ਕਰਨਗੇ? ਨਾ ਤਾਂ ਤੁਸੀਂ ਕੋਈ ਖੇਤੀਬਾੜੀ ਨਾਲ ਸੰਬੰਧਿਤ ਹੋ, ਨਾ ਤੁਸੀਂ ਖੇਤੀ ਕਰਦੇ ਹੋ। ਉਲਟਾ ਨਿਹੰਗ ਸਿੰਘਾਂ ਤੇ ਦੋਸ਼ ਇਹ ਲੱਗਦੇ ਹੈ ਕਿ ਉਹ ਤਾਂ ਖੇਤੀ ਉਜਾੜ ਦਿੰਦੇ ਨੇ ਜਿੱਥੇ ਜਾ ਕੇ ਆਪਦੀ ਛਾਉਣੀ ਪਾਉਂਦੇ ਨੇ। ਸੋ ਜੇ ਤੁਹਾਡਾ ਖੇਤੀ, ਕਿਸਾਨ ਜਥੇਬੰਦੀਆਂ ਵੀ ਕਹਿ ਚੁੱਕੀਆਂ ਨੇ ਕਿ ਇਹਨਾਂ ਦਾ ਸਾਡੇ ਮੋਰਚੇ ਨਾਲ ਕੋਈ ਤਾਲੁਕਾਤ ਨਹੀਂ, ਕੋਈ ਸੰਬੰਧ ਨਹੀਂ, ਫਿਰ ਉਹ ਨੇੜੇ ਬਿਠਾਏ ਕਿਉਂ ਗਏ ਆ? ਇਹਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਏਜੰਸੀ ਨੇ ਉਹਨਾਂ ਨੂੰ ਵਰਤਣ ਦਾ ਯਤਨ ਕੀਤਾ ਜਾਂ ਉਹਨਾਂ ਨੂੰ ਉੱਥੇ ਬਿਠਾਇਆ ਗਿਆ। ਤਾਂ ਬਾਬਾ ਅਮਨ ਜੀ ਨੂੰ ਇਹਦੇ 'ਚ ਸਾਰੀ ਗੱਲ ਜਿਹੜੀ ਹੈ ਉਹ ਸਪਸ਼ਟ ਕਰਨੀ ਪਵੇਗੀ। ਔਰ
ਜਿਹੜੀ ਪੰਜਾਬ ਪੁਲਿਸ ਹੈ, ਤਰਨਤਾਰਨ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਹ ਪਰਦਾ ਚੱਕਣਾ ਚਾਹੀਦਾ। ਉਹਨੂੰ ਲੈ ਕੇ ਕੌਣ ਗਿਆ, ਉਹਦੇ ਪਿੱਛੇ ਕਾਰਨ ਕੀ ਸੀ? ਉਹ ਬੰਦਾ 50 ਰੁਪਏ ਜਿਹੜਾ ਘਰੋਂ ਲੈ ਕੇ ਚੱਲਿਆ, ਕਹਿੰਦੇ ਆ ਵੀ ਕਿਸੇ ਗੱਡੀ ਰਾਹੀਂ ਆਇਆ, ਇੱਥੇ ਨਿਹੰਗ ਬਾਣੇ ਦੇ ਵਿੱਚ ਕੋਈ ਬੰਦਾ ਲੈ ਕੇ ਆਇਆ, ਕੋਈ ਸੰਧੂ ਨਾਂ ਦੇ ਬੰਦੇ ਦਾ ਭੂਮਿਕਾ ਦੱਸੀ ਜਾਂਦੀ ਹੈ, ਜਿਹੜਾ ਉਹਦੇ ਨਾਲ ਦੇ ਨਾਲ ਉੱਥੇ ਵੀ ਘਟਨਾ ਪਹਿਲਾਂ ਲਲਕਾਰ ਕੇ ਕੀਤੀ ਗਈ ਕਿ ਤੁਹਾਨੂੰ 2 ਦਿਨਾਂ 'ਚ 2 ਮਿੰਟਾਂ 'ਚ ਪਰੇ ਕਰ ਦਿਆਂਗੇ, ਮੇਰੇ ਬਾਰੇ ਪਤਾ ਨਹੀਂ ਮੈਂ ਕੀ ਚੀਜ਼ ਹੈ। ਜਿਨ੍ਹਾਂ ਦੀਆਂ ਡਿਗਰੀਆਂ ਹੀ ਜਿਹੜੇ 233 ਉੱਥੇ ਬੈਠ ਗਏ ਨੇ ਆ ਕੇ ਪਾਰਲੀਮੈਂਟਾਂ ਦੇ ਵਿੱਚ, ਜੇ ਡਿਗਰੀਆਂ ਹੀ ਉਸ ਕਿਸਮ ਦੀਆਂ ਲੋਕਾਂ ਦੀਆਂ ਨੇ, ਫਿਰ ਉੱਥੇ ਆਮ ਲੋਕਾਂ ਨੇ ਕਰਨਾ ਕੀ ਹੈ? ਆਮ ਲੋਕ ਜਾਣ ਕਿੱਧਰ ਨੂੰ? ਸੋ ਇਹ ਜਿਹੜੇ ਸਾਰੀ ਘਟਨਾਕ੍ਰਮ ਹੈ, ਜਿੰਨਾ ਵੀ ਘਟਨਾਕ੍ਰਮ ਵਾਪਰਿਆ ਹੈਗਾ, ਇਸ ਘਟਨਾਕ੍ਰਮ ਦੀ ਬਾਕਾਇਦਾ ਕਿਸਾਨਾਂ ਨੇ ਕਹਿਤਾ ਕਿ ਸੁਪਰੀਮ ਕੋਰਟ ਦੇ ਕਿਸੇ ਸੀਨੀਅਰ ਜੱਜ ਤੋਂ ਨਿਰਪੱਖਤਾ ਨਾਲ ਇਹਦੀ ਜਾਂਚ ਕਰਾਈ ਜਾਵੇ, ਤਾਂ ਜੋ ਪਤਾ ਲੱਗੇ ਕਿ ਇਹਦਾ ਪਿਛੋਕੜ ਕੀ ਹੈ। ਜੇ ਉਹਨੇ ਉੱਥੇ ਬੇਅਦਬੀ ਕਰਨ ਦਾ ਯਤਨ ਕੀਤਾ ਹੈਗਾ, ਉਹਨੂੰ ਇਸ ਤਰ੍ਹਾਂ ਦੀ ਸਜ਼ਾ ਜਿਹੜੀ ਇਹਨਾਂ ਨੇ ਦਿੱਤੀ ਹੈ, ਕਿਉਂਕਿ ਹਿੰਦੁਸਤਾਨ ਦਾ ਕਾਨੂੰਨ ਇਸ ਗੱਲ ਦੀ ਕੋਈ ਗੱਲ ਨਹੀਂ ਕਰਦਾ ਕਿ ਕਾਨੂੰਨ ਆਪਣੇ ਹੱਥਾਂ 'ਚ ਲਿਆ ਜਾਵੇ। ਪਰ ਦੂਜੇ ਪਾਸੇ ਗੁਰੂ ਸਾਹਿਬ ਨੇ ਕਿਹਾ ਕਿ ਜੇ ਜ਼ੁਲਮ ਵੱਧ ਜਾਵੇ ਤਾਂ ਤਲਵਾਰ ਚੱਕਣੀ ਵੀ ਜਾਇਜ਼ ਹੈ। ਸੋ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਸ ਚੀਜ਼ ਕਲੀਅਰ ਕਰਨੀ ਪਵੇਗੀ ਕਿ ਵਾਕਈ ਉਹ ਬੰਦਾ ਉੱਥੇ ਬੇਅਦਬੀ ਕਰ ਰਿਹਾ ਸੀ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ, ਨਾ ਅਸੀਂ ਨਿਹੰਗ ਜਥੇਬੰਦੀਆਂ ਨੂੰ ਗਲਤ ਕਹਿੰਦੇ ਹਾਂ। ਜਿਹੜਾ ਲਖਵੀਰ ਸਿੰਘ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ, ਅਸੀਂ ਉਹਨੂੰ ਵੀ ਗਲਤ ਨਹੀਂ ਕਹਿੰਦੇ। ਅਸੀਂ ਇਹ ਕਹਿੰਦੇ ਹਾਂ ਕਿ ਇਹਦੀ ਜਾਂਚ ਹੋਵੇ, ਜਾਂਚ ਹੋਣ ਤੋਂ ਬਾਅਦ ਇਹਦੀ ਅਸਲੀਅਤ ਤਸਵੀਰ ਹੈ ਜਿਹੜੀ ਉਹ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ। ਨਹੀਂ ਤਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਨਿਹੰਗ ਜਥੇਬੰਦੀਆਂ 'ਤੇ ਵੀ ਉੱਠਦੇ ਰਹਿਣਗੇ ਅਤੇ ਦੂਜਿਆਂ 'ਤੇ ਵੀ ਉੱਠ ਕੇ ਰਹਿਣਗੇ। ਔਰ ਸਾਨੂੰ ਸੋਚਣਾ ਪਵੇਗਾ, ਇਹ ਵੀ ਪਤਾ ਲੱਗਿਆ ਕਿ ਅੰਤਰਰਾਸ਼ਟਰੀ ਪੱਧਰ ਦੀ ਕੋਈ ਸਿੱਖ ਜਥੇਬੰਦੀ ਵੀ ਇਹਦੇ ਵਿੱਚ ਭੂਮਿਕਾ ਅਦਾ ਕਰ ਰਹੀ ਹੈ। ਇਹ ਇੰਨਾ ਚਿਰ ਹੋ ਗਿਆ, ਸਿੱਖਾਂ ਨੇ ਲੜਾਈਆਂ ਹਾਰ ਗਈ ਕਿਉਂ ਨੇ? ਕਿਹਾ ਸੀ ਨਾ, ਸ਼ਾਹ ਮੁਹੰਮਦ ਨੇ ਲਿਖਿਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਹੜਾ ਉਹਨਾਂ ਨੇ ਜੰਗਨਾਮਾ ਲਿਖਿਆ ਸੀ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇੱਥੇ ਡੋਗਰੇ ਵੀ ਬਹੁਤ ਪੈਦਾ ਹੁੰਦੇ ਹੈ, ਗਦਾਰ ਵੀ ਬਹੁਤ ਪੈਦਾ ਹੁੰਦੇ ਹੈ। ਸਿੱਖ ਕੌਮ ਦਾ ਦਿਖਾਂਤ ਹੀ ਇਹ ਹੈਗਾ ਕਿ ਸਿਰੇ 'ਤੇ ਜਾ ਕੇ ਕੋਈ ਸੱਜਣ ਇਸ ਤਰ੍ਹਾਂ ਦੀ ਗਦਾਰੀ ਕਰਦਾ ਜਿਹਦੇ ਨਾਲ ਸਾਰਾ ਕੀਤਾ ਕਤਾਇਆ ਕਿਲਾ ਢਹਿ ਢੇਰੀ ਹੋ ਜਾਂਦਾ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਭਾਈ ਰਣਜੀਤ ਸਿੰਘ ਦੀ, ਤਾਂ ਉਹ ਵੀ ਲਗਾਤਾਰ ਜਿਹੜੇ ਸਵਾਲ ਚੱਕ ਰਹੇ ਨੇ ਜੀ, ਉਹ ਵੀ ਇਹੀ ਸਵਾਲ ਚੁੱਕਦੇ ਜੀ। ਰਣਜੀਤ ਸਿੰਘ ਹੋਰਾਂ ਨੇ ਵੀ ਬਾਰ-ਬਾਰ ਇਹੀ ਸਵਾਲ, ਇਹ ਇਕੱਲਾ ਰਣਜੀਤ ਸਿੰਘ ਨਹੀਂ ਚੁੱਕਦਾ, ਇਹ ਮੀਡੀਆ ਦਾ ਹਰ ਵਰਗ ਚੁੱਕ ਰਿਹਾ ਹੈਗਾ। ਇਹਦਾ ਜਿਹੜਾ ਜਵਾਬ ਹੈ ਉਹ ਜਿਵੇਂ ਬਾਬਾ ਅਮਨ ਜੀ ਨੇ ਕਿਹਾ ਨਿਹੰਗ ਸਿੰਘ ਨੇ ਕਿ ਅਗਲੇ ਦਿਨਾਂ ਦੇ ਵਿੱਚ ਇਹਦਾ ਜਵਾਬ ਦੇਵਾਂਗੇ, ਉਹਨਾਂ ਦਾ ਜਵਾਬ ਆਉਣ ਦਿਓ। ਹੋ ਸਕਦਾ ਉਹਨਾਂ ਕੋਲ ਪੂਰਾ ਤਸੱਲੀ ਬਖਸ਼ ਜਵਾਬ ਹੋਵੇ, ਉਹ ਲੋਕਾਂ ਨੂੰ ਸੰਤੁਸ਼ਟ ਕਰਾ ਸਕਦੇ ਹੋਣ ਜੀ। ਉਧਰ ਜੇਕਰ ਕੈਬਨਿਟ ਮੰਤਰੀ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਜਿਹੜਾ ਟਰਾਂਸਪੋਰਟ ਵਿਭਾਗ ਨੂੰ ਲੈ ਕੇ ਸਰਗਰਮ ਨੇ। ਥਾਂ ਥਾਂ 'ਤੇ ਜਿਹੜੇ ਬੱਸ ਅੱਡਿਆਂ ਦੇ ਵਿੱਚ ਸਵੇਰੇ ਸਵੇਰੇ ਜਾ ਕੇ ਛਾਪੇਮਾਰੀ ਵੀ ਕਰਦੇ ਨੇ ਅਤੇ ਮੁਲਾਜ਼ਮਾਂ ਨਾਲ ਗੱਲਬਾਤ ਵੀ ਕਰਦੇ ਨੇ। ਅਤੇ ਉੱਥੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਉੱਤੇ ਠੱਲ ਪਈ ਹੈ, ਅਤੇ ਜਿਹੜੀਆਂ ਰੋਡਵੇਜ਼ ਬੱਸਾਂ ਨੇ ਉਹ ਜ਼ਿਆਦਾ ਚੱਲਣ ਲੱਗ ਗਈਆਂ, ਤਾਂ ਜੋ ਉਹਨਾਂ ਦੀ ਹੁਣ ਆਮਦਨ ਵੀ ਵੱਧਦੀ ਦਿਖਾਈ ਦੇ ਰਹੀ ਹੈ ਜੀ। ਦੇਖੋ, ਰਾਜਾ ਵੜਿੰਗ ਜਦੋਂ ਤੋਂ ਮੰਤਰੀ ਬਣਿਆ ਉਦੋਂ ਤੋਂ ਚਰਚਾ ਦੇ ਵਿੱਚ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇੰਦਰਜੀਤ ਸਿੰਘ ਜੀਰਾ ਸਿਹਤ ਮੰਤਰੀ ਬਣੇ ਸਨ, ਉਹ ਵੀ ਹਸਪਤਾਲਾਂ ਦੇ ਉੱਤੇ ਛਾਪੇਮਾਰੀ ਬਹੁਤ ਕਰਦੇ ਸਨ। ਰਾਜੇ ਵੜਿੰਗ ਨੇ ਆਮਦਨ ਵਧਾਤੀ, ਸਾਰਾ ਕੁਝ ਠੀਕ। ਉਹਨਾਂ ਨੇ ਸਫਾਈ ਮੁਹਿੰਮ ਬੱਸਾਂ ਦੇ ਵਿੱਚ, ਅੱਡਿਆਂ ਦੇ ਵਿੱਚ ਸ਼ੁਰੂ ਕੀਤੀ, ਬਿਲਕੁਲ ਜਾਇਜ਼। ਉਹਨਾਂ ਨੇ ਸਾਰਾ ਕੁਝ ਕੀਤਾ। 175 ਬੱਸਾਂ ਫੜਤੀਆਂ ਉਹਨਾਂ ਨੇ। ਟੈਕਸ ਸਰਕਾਰ 'ਚ ਆਉਣ ਲੱਗਿਆ। ਰਾਜੇ ਦਾ ਤਰਕ ਇਹ ਵੀ ਠੀਕ ਕਿ ਕਰੋਨਾ ਮਹਾਮਾਰੀ ਦੌਰਾਨ ਟੈਕਸਾਂ ਦਾ ਪੰਜਾਬ ਸਰਕਾਰ ਨੇ 100 ਕਰੋੜ ਰੁਪਈਆ ਮਾਫ ਕੀਤਾ ਸੀ। ਇਹ ਗੱਲ ਜਾਇਜ਼ ਹੈ ਬਿਲਕੁਲ। ਤਾਂ ਬੱਸਾਂ ਵੀ ਫੜਤੀਆਂ, ਪਰ ਲੋਕਾਂ ਦੇ ਇੱਕ ਗੱਲ ਗਲੇ 'ਚ ਨਹੀਂ ਉਤਰਦੀ ਕਿ ਸਾਰੀਆਂ ਟੈਕਸ ਚੋਰੀਆਂ ਗੈਰ ਕਾਂਗਰਸੀ ਲੋਕ ਕਰਦੇ ਸੀ। ਬੱਸਾਂ ਕਾਂਗਰਸੀਆਂ ਦੀਆਂ ਬਥੇਰੀਆਂ ਨੇ, ਉਹ ਸਾਰੀਆਂ ਜਾਇਜ਼ ਚੱਲ ਰਹੀਆਂ ਨੇ। ਇਸ ਕਰਕੇ ਉਹਨਾਂ ਨੂੰ ਇਹਦਾ ਜਵਾਬ ਦੇਣਾ ਪਵੇਗਾ। ਜਿਹੜਾ ਕੁਛ ਉਹ ਕਰ ਰਿਹਾ ਉਹਦੇ 'ਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ। ਲੋਕ ਇਹ ਕਹਿੰਦੇ ਨੇ, ਖੁਸ਼ ਨੇ ਕਿ ਜੇ ਸਰਕਾਰੀ ਬੱਸਾਂ ਦੇ ਖਜ਼ਾਨੇ ਦੇ ਵਿੱਚ 40 ਲੱਖ ਰੁਪਈਆ ਰੋਜ਼ ਵੱਧ ਗਿਆ ਤਾਂ ਮਹੀਨੇ ਦੇ ਵਿੱਚ ਤਾਂ 40 ਲੱਖ ਦੇ ਹਿਸਾਬ ਨਾਲ 12 ਕਰੋੜ ਰੁਪਈਆ ਆਮਦਨ ਵੱਧ ਜਾਣੀ ਹੈ। ਅਤੇ ਸਾਲ ਦੇ ਬਾਹਰੋਂ ਵਾਰੀ 144 ਕਰੋੜ।
ਇਹ ਜੇ ਇੰਨਾ ਕੁਝ ਇਹਨਾਂ ਨੇ ਕਰ ਦਿੱਤਾ, ਉਹਦੇ ਨਾਲ ਸਰਕਾਰੀ ਅਦਾਰੇ ਮਜ਼ਬੂਤ ਹੋਣਗੇ। ਸਮੱਸਿਆ ਹੀ ਸਭ ਤੋਂ ਵੱਧ ਇਹ ਹੈ ਕਿ ਚਾਰੇ ਪਾਸੇ ਸਰਕਾਰੀ ਖਜ਼ਾਨਾ ਲੁੱਟਿਆ ਜਾ ਰਿਹਾ ਹੈ। ਔਰ ਅੱਜ ਚਲੋ ਅਸੀਂ ਜਿਹੜੀ ਕਾਂਗਰਸ ਵਾਲਾ ਮੈਂ ਗੱਲ ਕਹੀ ਹੈ ਕਿ ਕਾਂਗਰਸ ਦੀਆਂ ਬੱਸਾਂ ਕਿਉਂ ਨਹੀਂ ਫੜੀਆਂ ਗਈਆਂ, ਇਹਦੇ ਬਾਰੇ ਉਹ ਆਪਦਾ ਜਵਾਬ ਦੇਣ। ਲੇਕਿਨ ਜਿਹੜੀਆਂ 175 ਫੜੀਆਂ ਗਈਆਂ, ਭਾਵੇਂ ਕਿਸੇ ਪਾਰਟੀ ਵਾਲਿਆਂ ਦੇ ਨਾਲ ਸੰਬੰਧ ਸੀ, ਇਹਦਾ ਮਤਲਬ ਇਹ ਪੂਰੇ ਜ਼ੋਰ ਦੇ ਨਾਲ ਸਰਕਾਰ ਨੂੰ ਲੁੱਟਣ ਲੱਗੇ ਹੋਏ ਸੀ। ਔਰ ਇਸ ਇਸ਼ੂ ਤੇ ਅਜੇ ਤੱਕ ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਜਵਾਬ ਆਇਆ ਹੈ, ਨਾ ਜਿਨ੍ਹਾਂ ਦੀਆਂ ਬੱਸਾਂ ਫੜੀਆਂ ਗਈਆਂ ਉਹਨਾਂ ਦਾ ਕੋਈ ਜਵਾਬ ਆਇਆ ਤਸੱਲੀ ਬਖਸ਼। ਇਹ ਸਾਰੇ ਦਾ ਸਾਰਾ ਇਹਦਾ ਮਤਲਬ ਇਹ ਗੋਰਖ ਧੰਦਾ ਜਿਹੜਾ ਨਵਜੋਤ ਸਿੰਘ ਸਿੱਧੂ ਇਲਜ਼ਾਮ ਲਾਉਂਦਾ ਕਿ ਮਿਲ ਕੇ ਖੇਡਦੇ ਸੀਗੇ, ਉਹ ਤਾਂ ਫਿਰ ਸਹੀ ਮੰਨਿਆ ਜਾ ਰਿਹਾ ਜੀ। ਉਧਰ ਵਿਜੇ ਸਿੰਪਲਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਉਹਨਾਂ ਨੇ ਜਿਹੜਾ ਲਖਵੀਰ ਸਿੰਘ ਦਾ ਇੱਕ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਕਤਲ ਕੀਤਾ ਗਿਆ ਸੀਗਾ, ਉਹਦੇ ਜਿਹੜੇ ਭੋਗ ਦੀ ਗੱਲ ਉਹਨਾਂ ਨੇ ਕੀਤੀ, ਉਹ ਕਹਿੰਦੇ ਕਿ ਸਿੱਖ ਮਰਿਆਦਾ ਦੇ ਅਨੁਸਾਰ ਉਹਨਾਂ ਦਾ ਭੋਗ ਪਾਏ। ਨਹੀਂ, ਉਹਨਾਂ ਨੇ ਮੰਗ ਕੀਤੀ ਆ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ, ਕਿ ਕਿਉਂਕਿ ਪਿੰਡ ਵਾਲਿਆਂ ਨੇ ਸੰਸਕਾਰ ਕਰਨ ਮੌਕੇ ਆਗਿਆ ਨਹੀਂ ਦਿੱਤੀ ਸੀ ਤੇ ਨਾ ਹੀ ਕੋਈ ਸ਼ਾਮਲ ਹੋਇਆ। ਲੋਕਾਂ ਦੇ ਵਿੱਚ ਇਹ ਹੈ ਵੀ ਉਹਨੇ ਬੇਅਦਬੀ ਕੀਤੀ ਹੈ, ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ। ਸਿੰਪਲਾ ਸਾਹਿਬ ਨੂੰ ਉਹ ਕੇਂਦਰ ਦੇ ਵਿੱਚ ਚੇਅਰਮੈਨ ਨੇ, ਉਹਨਾਂ ਨੂੰ ਪਹਿਲਾਂ ਇਹਦੀ ਜਾਂਚ ਕਰਾ ਕੇ ਲੋਕਾਂ ਸਾਹਮਣੇ ਅਸਲ ਤਸਵੀਰ ਲਿਆਉਣੀ ਚਾਹੀਦੀ ਹੈ। ਜੇ ਉਹਨੇ ਬੇਅਦਬੀ ਕੀਤੀ ਹੈ, ਉਹ ਗੁਨਾਹਗਾਰ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ। ਜੇ ਉਹਨੇ ਨਹੀਂ ਕੀਤੀ ਤਾਂ ਉਸ ਸੰਦਰਭ ਦੇ ਵਿੱਚ ਨਿਹੰਗ ਜਥੇਬੰਦੀਆਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਸਾਡੇ ਕੋਲ ਆਹ ਸਬੂਤ ਨੇ, ਅਸੀਂ ਆਹ ਸਬੂਤ ਇਕੱਤਰ ਕੀਤੇ ਆ, ਸੰਗਤ ਨੂੰ ਦਿਖਾਉਣ ਕਿ ਇਹਨੇ ਬੇਅਦਬੀ ਕੀਤੀ ਹੈ। ਲੋਕਾਂ ਦੇ ਵਿੱਚ ਹਾਲੇ ਭੰਬਲ ਭੂਸੇ ਵਾਲੀ ਤਸਵੀਰ ਬਣੀ ਵੀ ਹੈ, ਅਸਲ ਤਸਵੀਰ ਨਹੀਂ ਬਣੀ। ਲੇਕਿਨ ਜਿਹੜਾ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈਗੀ, ਉਹ ਚੇਅਰਮੈਨ ਨੇ ਕਰ ਸਕਦੇ ਨੇ। ਘੱਟ ਗਿਣਤੀਆਂ ਦੇ ਨਾਲ, ਮਤਲਬ ਦਲਿਤ ਵਰਗ ਦੇ ਨਾਲ ਸੰਬੰਧਿਤ ਨੇ। ਜਿਹਨੇ ਮਾਰਿਆ ਉਹ ਵੀ ਦਲਿਤ ਹੈ ਤੇ ਜਿਹੜਾ ਮਰਿਆ ਉਹ ਵੀ ਦਲਿਤ ਪਰਿਵਾਰ ਚੋਂ ਹੈ। ਸੋ ਅਸੀਂ ਗੁਰੂ ਸਾਹਿਬ ਵਾਲਾ ਮਾਮਲਾ ਕਿਉਂ, ਜਿਨ੍ਹਾਂ ਨੇ ਤਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕੀਤੀ ਸੀ, ਅਸੀਂ ਫਿਰ ਹਰ ਮਾਮਲੇ ਨੂੰ ਜਾਤ ਪਾਤ ਦੇ ਵਿੱਚ ਲਿਆ ਰਹੇ ਹਾਂ ਜੀ। ਉਧਰ ਅਗਰ ਗੱਲ ਕੀਤੀ ਜਾਵੇ ਕਸ਼ਮੀਰ ਦੀ, ਤਾਂ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤਾਂ ਨੂੰ ਲੈ ਕੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਹੈ, ਜਿਸ ਦਾ ਮੋਰਚਾ ਹੁਣ ਅਮਿਤ ਸ਼ਾਹ ਨੇ ਸੰਭਾਲੇ। ਅਮਿਤ ਸ਼ਾਹ ਸੰਭਾਲੇ ਜਾਂ ਉਹਦਾ ਜੋੜੀਦਾਰ ਨਰਿੰਦਰ ਮੋਦੀ ਸੰਭਾਲੇ। ਇਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਉੱਥੇ ਧਾਰਾ 370 ਦੀ ਵਰਤ ਤੋੜ ਦਿੱਤੀ ਗਈ, ਉਹਨਾਂ ਨੂੰ ਯੂਟੀ ਬਣਾਤਾ, ਹਿੱਸਿਆਂ 'ਚ ਵੰਡ ਦਿੱਤਾ ਗਿਆ, ਤਾਂ ਉੱਥੇ ਵਾਰਦਾਤਾਂ ਨਹੀਂ ਹੋਣਗੀਆਂ। ਵਾਰਦਾਤਾਂ ਤਾਂ ਅਜੇ ਵੀ ਜਾਰੀ ਨੇ। ਉੱਥੋਂ ਜਿਹੜੇ ਗੈਰ ਕਸ਼ਮੀਰੀ ਲੋਕ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ। ਲੋਕਾਂ ਦੇ ਵਿੱਚ, ਉਹਨਾਂ ਦੇ ਵਿੱਚ ਕੌਣ ਲੋਕ ਨੇ? ਜਿਹੜੇ ਦਿਹਾੜੀਦਾਰ ਕਰਦੇ ਨੇ, ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ। ਕਈ ਦੇ ਵਿੱਚ ਸਹਿਮ ਦਾ ਮਾਹੌਲ ਹੈ, ਕਈ ਕਹਿੰਦੇ ਵੀ ਜੋ ਮਰਜ਼ੀ ਹੋ ਜੇ ਅਸੀਂ ਤਾਂ ਇੱਥੇ ਰਹਾਂਗੇ। ਇਹਦੇ ਵਿੱਚ ਵੀ ਜਿਹੜਾ ਜੰਮੂ ਕਸ਼ਮੀਰ ਵਾਲੇ ਪਾਸਿਓਂ ਇਹ ਸਾਰਾ ਕੁਝ ਕੀਤਾ ਜਾ ਰਿਹਾ, ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰਦਾ। ਲੋਕਾਂ ਨੂੰ ਇਹ ਹੈ ਕਿ ਦੇਸ਼ ਨੂੰ ਅੱਗੇ 5 ਰਾਜਾਂ ਦੀਆਂ ਚੋਣਾਂ ਆ ਰਹੀਆਂ ਨੇ। 5 ਰਾਜਾਂ ਦੀਆਂ ਚੋਣਾਂ ਵਾਸਤੇ ਜਿਹੜੇ ਕੇਂਦਰ ਦੇ ਵਿੱਚ ਰਾਜ ਭਾਗ ਕਰਦੇ ਬੰਦੇ ਨੇ, ਉਹ ਦੇਸ਼ ਅੰਦਰ ਕੁਝ ਵੀ ਕਰ ਸਕਦੇ ਹੈ। ਜੇ ਪੁਲਵਾਮਾ ਹੋ ਸਕਦਾ ਹੈ, ਅਖੌਤੀ ਰਾਸ਼ਟਰਵਾਦ ਹੋ ਸਕਦਾ ਹੈ। ਜਦੋਂ CRPA ਕਹਿੰਦੀ ਹੋਵੇ, ਉਹਨਾਂ ਦੇ ਵੱਡੇ ਅਧਿਕਾਰੀ ਕਹਿਣ ਕਿ ਸਾਨੂੰ ਬਾਈ ਏਅਰ, ਹਵਾਈ ਜਹਾਜ਼ ਰਾਹੀਂ ਤਬਦੀਲ ਕਰਨ ਦੇ ਪ੍ਰਬੰਧ ਕੀਤੇ ਜਾਣ, ਫਿਰ ਉਹਨਾਂ ਨੂੰ ਸੜਕੀ ਆਵਾਜਾਈ 'ਤੇ ਭੇਜਿਆ ਕਿਉਂ ਗਿਆ? ਇਹਦਾ ਕਿਹਾ ਸੀਗਾ ਕਿ ਇਹਦਾ ਕੋਈ ਸਫੈਦ ਪੱਤਰ ਲੋਕਾਂ ਦੀ ਕਚਹਿਰੀ 'ਚ ਲਿਆਓ, ਇਹ ਨਹੀਂ ਲਿਆਂਦਾ ਗਿਆ। ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਇਹ ਮਾਮਲਾ ਉੱਠਿਆ, ਇਹ ਬਹੁਤ ਮੰਦਭਾਗਾ ਹੈ। ਇਹਦੇ 'ਤੇ ਜਿਹੜੇ ਲੋਕ ਉੱਥੋਂ ਹਿਜਰਤ ਕਰਨ ਲੱਗੇ ਨੇ, ਸਰਕਾਰ ਨੂੰ ਉਹਨਾਂ ਦਾ ਪ੍ਰਬੰਧ ਕਰਕੇ ਉਹਨਾਂ ਦਾ ਮੁੜ ਵਸੇਬਾ ਉੱਥੇ ਕਰਾਇਆ ਜਾਵੇ। ਕਈ ਉਹੋ ਜਿਹੇ ਲੋਕ ਨਿਸ਼ਾਨੇ ਬਣਾਏ ਜਾ ਰਹੇ ਨੇ ਜਿਹੜੇ ਘਰ ਦੇ ਵਿੱਚ ਇਕੱਲੇ ਹੀ ਕਮਾਉਣ ਜੋਗੇ ਸੀ, ਜਿਹੜੇ ਨੇ ਆਪਦੇ ਘਰ ਦੇ ਵਿੱਚ ਵੀ ਪੈਸੇ ਭੇਜਦੇ ਸੀ, ਆਮ ਲੋਕ ਸੀ, ਦਿਹਾੜੀਦਾਰ ਸੀ। ਇਹ ਜਿਹੜਾ ਸਾਰਾ ਕੁਝ ਉੱਥੇ ਵਾਪਰ ਰਿਹਾ, ਇਹਦੇ 'ਤੇ ਵਾਈਟ ਪੇਪਰ ਆਵੇ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗੇ ਕਿ ਇਹਨੂੰ ਕਰ ਕੌਣ ਰਿਹਾ ਤੇ ਕਰਵਾ ਕੌਣ ਰਿਹਾ ਜੀ। ਉਧਰ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੀ, ਤਾਂ ਉਹਨਾਂ ਨੇ ਖਾਲ ਮੰਤਰੀ ਨਾਲ ਜਿਹੜੀ ਉਹ ਮੁਲਾਕਾਤ ਕੀਤੀ ਹੈ ਜੀ। ਦੇਖੋ, ਇਸ ਵੇਲੇ ਪੰਜਾਬ, ਹਰਿਆਣਾ, ਉੱਤਰੀ ਯੂਪੀ, ਰਾਜਸਥਾਨ ਦੇ ਵਿੱਚ ਜਿਹੜਾ ਸਾਉਣੀ ਦੀਆਂ ਫਸਲਾਂ ਉਹ ਕਟਾਈਆਂ ਹੋ ਰਹੀ ਹੈ। ਲਗਾਤਾਰ ਉਹਨਾਂ ਦੀ ਕਟਾਈ ਤੋਂ ਬਾਅਦ ਅਗਲੀ ਫਸਲ ਕਣਕ ਦੀ ਬਿਜਾਈ ਹੋਣੀ ਆ, ਆਲੂਆਂ ਦੀ ਬਿਜਾਈ ਹੋਣੀ ਆ। ਉਹਦੇ ਵਾਸਤੇ ਯੂਰੀਆ ਤੇ DAP ਖਾਦ ਬਹੁਤ ਜ਼ਰੂਰੀ ਹੈ।
ਇਹ ਕੇਂਦਰ ਸਰਕਾਰ ਦਾ ਜਿਹੜਾ ਮੰਤਰੀ ਨੂੰ ਮਿਲਣ ਗਿਆ ਹੈਗਾ, ਇਹਨਾਂ ਨੂੰ ਪਤਾ ਨਹੀਂ। ਬਿਜਲੀ ਦਾ ਕੋਲੇ ਵਾਲਾ ਅੱਜ ਸੰਕਟ ਪੈਦਾ ਕੀਤਾ ਗਿਆ, ਇਹ ਪਹਿਲਾਂ ਨਹੀਂ ਸੀ ਪਤਾ। ਜਿਹੜੀ ਸਭ ਤੋਂ ਅਹਿਮ ਤੇ ਆਓ ਗੱਲ ਹੈ, ਕਾਕਾ ਰਣਦੀਪ ਸਿੰਘ ਜਿਹੜੇ ਹੁਣੇ ਖੇਤੀਬਾੜੀ ਮੰਤਰੀ ਬਣੇ ਨੇ, ਉਹਨਾਂ ਨੇ ਸਨਮੁਖ ਮੰਡਵੀਆ ਕੇਂਦਰ ਦੇ ਮੰਤਰੀ ਨੇ, ਉਹਨਾਂ ਦੇ ਨਾਲ DAP ਖਾਦ ਨੂੰ ਲੈ ਕੇ ਗੱਲ ਕੀਤੀ ਹੈ ਕਿ DAP ਖਾਦ ਜੇ ਨਾ ਮਿਲੀ ਤਾਂ ਕਿਸਾਨਾਂ ਨੂੰ ਬਿਜਾਈ ਕਰਨੀ ਔਖੀ ਹੋ ਜਾਵੇਗੀ, ਇਸ ਕਰਕੇ ਤੁਰੰਤ ਇਹਦਾ ਪ੍ਰਬੰਧ ਕੀਤਾ ਜਾਵੇ। ਪਤਾ ਲੱਗਿਆ ਹੈ ਕਿ ਮੰਤਰੀ ਨੇ ਭਰੋਸਾ ਦਿੱਤਾ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੀ DAP ਖਾਦ ਆ ਇਹਦਾ ਜਲਦ ਸਹੀ ਬੰਦੋਬਸਤ ਕਰ ਦਿੱਤਾ ਜਾਵੇਗਾ ਤੇ ਜਲਦ ਤੁਹਾਨੂੰ ਇਹਦੇ 'ਚ ਰਾਹਤ ਮਿਲੇਗੀ ਔਰ ਪੰਜਾਬ ਨੂੰ ਜਿੰਨਾ DAP ਚਾਹੀਦਾ ਉਹ ਅਗਲੇ ਦਿਨਾਂ ਦੇ ਵਿੱਚ ਭਿਜਵਾ ਦਿੱਤਾ ਜਾਵੇਗਾ। ਕੰਮ ਸਾਡੇ ਮੁਲਕ ਦੇ ਵਿੱਚ ਇਹ ਨੇ ਕਿ ਵਿਹੜੇ ਬੈਠੀ ਜਨ ਬਿਨੋ ਕੁੜੀ ਦੇ ਕੰਨ, ਜਦੋਂ ਪਤਾ ਹੈ ਵੀ ਫਸਲ ਤੋਂ ਬਾਅਦ ਨਵੀਂ ਫਸਲ ਦੀ ਬਿਜਾਈ ਹੋਣੀ ਹੈ, ਇਹ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ? ਜਿਹੜੇ ਪ੍ਰਬੰਧ ਅੱਜ ਕੀਤੇ ਜਾ ਰਹੇ ਨੇ, ਨਾ ਕੇਂਦਰ ਸਰਕਾਰ ਵਾਲੇ ਇਹਨਾਂ ਨੂੰ ਬਰੀ ਕੀਤਾ ਜਾ ਸਕਦਾ, ਨਾ ਰਾਜ ਸਰਕਾਰ ਵਾਲਿਆਂ ਨੂੰ ਬਰੀ ਕੀਤਾ ਜਾ ਸਕਦਾ। ਚਲੋ ਹੁਣ ਜਿਹੜੇ ਕੇਂਦਰੀ ਰਾਜ ਦੇ ਮੰਤਰੀ ਨੇ ਕਾਕਾ ਰਣਦੀਪ ਸਿੰਘ, ਉਹ ਘੱਟੋ ਘੱਟ ਇੰਡੀਪੈਂਡੈਂਟ ਤੌਰ ਤੇ ਮਹਿਕਮਾ, ਪਹਿਲਾਂ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੇ ਰਿਹਾ, ਉਹਦੇ ਕੋਲ ਹੋਰ ਵੀ ਕਈ ਮਹਿਕਮੇ ਸੀ, ਉਹਨਾਂ ਕੋਲ ਫੁਰਸਤ ਹੀ ਨਹੀਂ ਸੀ ਕਿ ਉਹ DAP ਖਾਦ ਦਾ ਪ੍ਰਬੰਧ ਕਰਵਾਉਂਦੇ ਜੀ। ਇਸ ਤੋਂ ਇਲਾਵਾ ਅਗਰ ਗੱਲ ਨਵਜੋਤ ਸਿੰਘ ਸਿੱਧੂ ਦੀ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚਕਾਰ ਪਹਿਲਾਂ ਤਾਂ ਕਾਫੀ ਪਿਆਰ ਨਜ਼ਰ ਆਉਂਦਾ ਸੀਗਾ, ਹੁਣ ਲਗਾਤਾਰ ਜਿਹੜਾ ਉਹ ਦੂਰੀਆਂ ਵੱਧਦੀਆਂ ਜਾ ਰਹੀਆਂ ਨੇ ਤੇ ਹੁਣ ਅੱਜ ਨਵਜੋਤ ਸਿੰਘ ਸਿੱਧੂ ਰਾਜ ਭਵਨ ਪਹੁੰਚੇ ਨੇ। ਇਹ ਅੱਜ ਨਹੀਂ ਪਹੁੰਚੇ, ਪਰਸੋਂ ਰਾਤ ਦੀ ਗੱਲ ਸੀ, ਪਰਸੋਂ ਰਾਤ ਦੀ ਗੱਲ ਹੈ। ਪਰਸੋਂ ਰਾਤ ਦੀ ਗੱਲ ਦੇ ਵਿੱਚ ਇਹਨਾਂ ਦੀ ਲੰਬੀ ਮੀਟਿੰਗ ਹੋਈ ਹੈ, ਖਾਣਾ ਵੀ ਦੋਨਾਂ ਨੇ ਇਕੱਠਿਆਂ ਖਾਧਾ ਹੈ। ਉਹਦੇ ਵਿੱਚ ਪ੍ਰਗਟ ਸਿੰਘ ਵੀ ਸੀਗਾ, ਉਹਦੇ ਵਿੱਚ ਹਰੀਸ਼ ਚੌਧਰੀ ਵੀ ਸੀ ਜਿਹੜੇ ਜਨਰਲ ਸਕੱਤਰ ਨੇ ਤੇ ਦਰਸ਼ਕ ਨੇ ਪੰਜਾਬ ਵਾਸਤੇ। ਉਹਨਾਂ ਦੇ ਆਪਸ ਵਿੱਚ ਦੀ ਕਈ ਗੱਲਾਂ ਬਾਤਾਂ ਹੋਈਆਂ, ਮੋਟੀਆਂ ਗੱਲਾਂ ਦੋ ਹੀ ਨੇ ਕਿ ਇੱਕ ਤਾਂ DGP ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੋਰੀ ਨਾਰਾਜ਼ ਨੇ ਤੇ ਦੂਜਾ ਜਿਹੜਾ ਹੈਗਾ ਐਡਵੋਕੇਟ ਜਨਰਲ ਵਾਲੇ ਮਾਮਲੇ 'ਚ ਨਾਰਾਜ਼ ਨੇ। DGP ਵਾਲੇ ਮਾਮਲੇ ਦੇ ਵਿੱਚ ਜਿਹਨੂੰ ਨਵਜੋਤ ਸਿੰਘ ਸਿੱਧੂ ਲਵਾਉਣਾ ਚਾਹੁੰਦੇ ਸੀ ਸਿਧਾਰਥ ਚਟੋਪਾਧਿਆ ਨੂੰ, ਚਟੋਪਾਧਿਆ ਸਾਹਿਬ ਨੂੰ ਇੱਕ ਅਹਿਮ ਅਹੁਦਾ ਵਿਜੀਲੈਂਸ ਦਾ ਮੁਖੀ ਲਾ ਦਿੱਤਾ ਗਿਆ ਹੈਗਾ। 10 ਬੰਦਿਆਂ ਦਾ ਪੈਨਲ ਭੇਜਤਾ ਕੇਂਦਰ UPSC ਨੂੰ ਕਿ ਤੁਸੀਂ ਇਹਦੇ 'ਚੋਂ 3 ਬੰਦਿਆਂ ਦੀ ਸ਼ਾਰਟ ਲਿਸਟ ਕਰਕੇ ਭੇਜ ਦਿਓ। ਉਹ ਸ਼ਾਇਦ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਉਹ 3 ਜਿਹੜੇ ਬੰਦੇ ਆਉਣਗੇ ਤੁਹਾਡੀ ਰਾਏ ਦੇ ਨਾਲ ਉਹਨਾਂ 'ਚੋਂ 3 'ਚੋਂ ਇੱਕ ਨੂੰ DGP ਚੁਣ ਲਿਆ ਜਾਵੇਗਾ। ਦੂਜੀ ਗੱਲ ਆ ਗਈ ਬੇਅਦਬੀਆਂ ਦੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਠੀਕ ਹੈ ਇਹਨੂੰ ਲਾਇਆ ਐਡਵੋਕੇਟ ਜਨਰਲ ਨੂੰ। ਐਡਵੋਕੇਟ ਜਨਰਲ ਤੋਂ ਪਹਿਲਾਂ ਉਹ ਇੱਕ ਵਕੀਲ ਸੀ। ਵਕੀਲ ਇੱਕ ਵਪਾਰ ਹੈ, ਕੋਈ ਵਿਅਕਤੀ ਉਸ ਬੰਦੇ ਨੂੰ ਪੈਸੇ ਦੇ ਕੇ ਲਿਜਾ ਸਕਦਾ ਜਿੰਨੀ ਉਹਦੀ ਫੀਸ ਬਣਦੀ ਹੈ। ਉਹਨੂੰ ਉਹ ਸਿੱਧੂ ਸਾਹਿਬ ਇਹ ਕਹਿੰਦੇ ਨੇ ਕਿ ਉਹ ਸੁਮੇਧ ਸੈਣੀ ਦਾ ਵਕੀਲ ਰਿਹਾ, ਉਹਨੂੰ ਜ਼ਮਾਨਤਾਂ ਦਵਾਈਆਂ ਨੇ, ਇਸ ਕਰਕੇ ਉਹਨੂੰ ਨਾਲ ਆਇਆ ਜਾਂਦਾ ਤਾਂ ਚੰਗਾ ਸੀ, ਨਾਲ ਆਉਂਦੇ ਤਾਂ ਚੰਗਾ ਸੀ, ਹੋਰ ਨੂੰ ਲੈ ਲੈਂਦੇ ਕਿਸੇ ਨੂੰ। ਉਹਨਾਂ ਨੇ ਤਰਕ ਦਿੱਤਾ ਕਿ ਅਸੀਂ ਰਾਜਵਿੰਦਰ ਸਿੰਘ ਬੈਂਸ ਜਿਹੜੇ ਮਾਨ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਸਾਬਕਾ ਜੱਜ ਅਜੀਤ ਸਿੰਘ ਬੈਂਸ ਦੇ ਸੁਪੁੱਤਰ ਨੇ, ਉਹਨਾਂ ਨੂੰ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਲਾ ਦਿੱਤਾ ਹੈਗਾ। ਸੋ ਕਈ ਗੱਲਾਂ ਦੇ ਉੱਤੇ ਇਹਨਾਂ ਦੀ ਆਪਸ ਵਿੱਚ ਦੀ ਗੱਲਬਾਤ ਹੋਈ ਹੈ। ਉਹਦੇ 'ਤੇ ਕੀ ਸਿੱਧੂ ਸਾਹਿਬ ਸੂਤਰਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕਾਫੀ ਹੱਦ ਤੱਕ ਰਿੜਕ ਇਹਨਾਂ ਦਾ ਮੁੱਕ ਗਿਆ। ਹੁਣ ਇਕੱਠੇ ਹੋ ਕੇ ਕਦੋਂ ਤੁਰਦੇ ਆ? ਸਿੱਧੂ ਸਾਹਿਬ ਨੇ ਫੇਰ ਇੱਕ ਚਿੱਠੀ ਸੋਨੀਆ ਗਾਂਧੀ ਨੂੰ ਲਿਖਤੀ। ਸੋਨੀਆ ਗਾਂਧੀ ਪਹਿਲਾਂ ਕਹਿ ਰਹੀ ਹੈ, ਜਿਹੜੇ G23 ਬੈਠੇ ਸੀ, ਕਿ ਤੁਸੀਂ ਜੇ ਗੱਲ ਕਰਨੀ ਆ ਮੇਰੇ ਨਾਲ ਸਿੱਧੀ ਗੱਲ ਕਰਿਆ ਕਰੋ, ਮੀਡੀਆ ਦੇ ਥਰੂ ਗੱਲਾਂ ਨਾ ਕਰਿਆ ਕਰੋ। ਤੇ ਉਲੰਘਣਾ ਤਾਂ ਉਹਦੀ ਸਿੱਧੂ ਸਾਹਿਬ ਨੇ ਵੀ ਕਰਤੀ ਹੈ। ਹੁਣ ਸਿੱਧੂ ਸਾਹਿਬ ਨੇ ਜਿਹੜਾ ਉਹ 13 ਨਿਕਾਤੀ ਪ੍ਰੋਗਰਾਮ ਦਿੱਤਾ ਹੈਗਾ, ਮੁੱਖ ਮੰਤਰੀ ਕਹਿੰਦੇ ਆ ਕਿ ਜਿੰਨਾ ਚਿਰ ਸਾਡੇ ਕੋਲ ਸਮਾਂ ਸਾਰੇ ਦਾ ਸਾਰਾ ਕਰਾਂਗੇ, ਕੋਈ ਮੰਗ ਨਹੀਂ ਛੱਡਦੇ। ਜੋ ਪਾਰਟੀ ਦੀ ਆਈਡੀਓਲੋਜੀ ਹੈ ਅਸੀਂ ਉਹਨੂੰ ਪੂਰਾ ਲਾਗੂ ਕਰਨ ਦਾ ਯਤਨ ਕਰਾਂਗੇ। ਕੁਝ ਬੰਦੇ ਵਿੱਚ ਪਏ ਨੇ, ਜੇ ਤਾਂ ਇਹ ਰਲ ਮਿਲ ਕੇ ਚੱਲ ਪਏ ਤਾਂ ਕੋਈ ਨਾ ਕੋਈ 2022 ਦੇ ਵਿੱਚ ਨਤੀਜਾ ਕੱਢ ਦੇਣਗੇ, ਨਹੀਂ ਤਾਂ ਫਿਰ ਕੰਧ ਤੇ ਲਿਖਿਆ ਪੜ੍ਹ ਲੈਣ, ਹੱਟ ਪਿੱਛੇ ਫੇਰ ਮਿਲਾਂਗੇ ਜੀ। ਇਸ ਤੋਂ ਇਲਾਵਾ ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਜ ਭਵਨ ਨਹੀਂ ਪੰਜਾਬ ਭਵਨ ਵੀ ਪਹੁੰਚੇ ਨੇ ਜੀ ਦੁਬਾਰਾ ਫੇਰ। ਪੰਜਾਬ ਭਵਨ ਦੇ ਵਿੱਚ ਗਏ ਹੋਣਗੇ, ਰਾਜ ਭਵਨ ਦੇ ਵਿੱਚ ਪਰਸੋਂ ਰਾਤ ਨੂੰ ਮੁਲਾਕਾਤ ਸੀ, ਪੰਜਾਬ ਭਵਨ ਗਏ ਹੋਣਗੇ ਤਾਂ ਪੰਜਾਬ ਕਾਂਗਰਸ ਭਵਨ ਨਾ ਗਏ ਹੋਣ। ਤਾਂ ਉਹਨਾਂ ਨੇ ਤਾਂ ਕਿਹਾ ਸੀਗਾ ਕਿ ਮੇਰਾ ਮੰਜਾ ਉਹਨੇ ਇੱਥੇ ਟਿਕ ਗਿਆ। ਪਤਾ ਨਹੀਂ ਇਹ ਵੀ ਦੱਸ ਦੇਣ ਨਵਜੋਤ ਸਿੰਘ ਸਿੱਧੂ ਹੋਰੀ ਉਹ ਕਿੰਨੇ ਦਿਨ ਉੱਥੇ ਨੇ। ਹਾਂ, ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ, ਜਿਹੜਾ ਉਹ ਕਹਿੰਦੇ ਨੇ ਕਿ ਰੁਪਿੰਦਰ ਤੇ ਜਸਵਿੰਦਰ ਤੇ ਜਿਨ੍ਹਾਂ ਨੇ ਤਸ਼ੱਦਦ ਕੀਤਾ ਤੁਸੀਂ ਉਹਨਾਂ ਨੂੰ DGP ਲਾਇਆ, ਉਹ ਜਿਹੜੀਆਂ ਮੰਗਾਂ ਵੀ ਅਸੀਂ 17 ਦੇ ਵਿੱਚ ਐਲਾਨ ਕੀਤੀਆਂ ਸੀ
ਉਹਨਾਂ ਨੂੰ ਲੈ ਕੇ ਲੋਕਾਂ 'ਚ ਜਾਣਾ ਹੈ। ਉਹ ਕਿਵੇਂ ਜਾਵਾਂਗੇ ਜੇ ਉਹ ਸਾਰੇ ਉਵੇਂ ਜਿਵੇਂ ਦੰਦਰਾਉਂਦੇ ਹੋਣ। ਸਭ ਤੋਂ ਅਹਿਮ ਮੱਦ ਜਿਹੜੀ ਹੈ, ਬੇਅਦਬੀ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਖੂੰਜੇ ਲਾਇਆ ਸੀ, ਪਿੱਛੇ ਕੀਤਾ ਸੀ ਤੇ ਉਹਦਾ ਇਨਸਾਫ ਨਹੀਂ ਮਿਲ ਸਕਿਆ। ਅੱਜ ਵੀ ਉਹ ਜਿਉਂਦੇ ਤਿਉਂ ਹੈ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਬਕਾਇਦਾ ਅਸੀਂ ਇਹਦੇ ਵਿੱਚ ਪੂਰਾ ਇਨਸਾਫ ਦੇਵਾਂਗੇ। ਉਹ ਇਨਸਾਫ ਕਦੋਂ ਮਿਲਦਾ ਹੈ, ਇਹ ਇੱਕ ਅਹਿਮ ਮਾਮਲਾ ਹੈਗਾ। ਦੂਜਾ ਨਸ਼ਿਆਂ ਦਾ ਮਾਮਲਾ ਹੈ। ਨਸ਼ਿਆਂ ਦੇ ਮਾਮਲੇ ਦੇ ਵਿੱਚ ਅਜੇ ਵੀ ਤਰੀਕਾ ਤੇ ਤਰੀਕਾ ਗਾਹਾਂ ਨੂੰ ਤੁਰੀਆਂ ਜਾਂਦੀਆਂ ਨੇ। ਪਤਾ ਨਹੀਂ ਇਹ ਕਿਉਂ ਤਿਆਰੀ ਨਹੀਂ ਕਰਦੇ। ਜੇ ਮਹੀਨਾ ਕਿ ਇਹਨਾਂ ਨੇ ਹੋਰ ਟਪਾਤਾ ਫਿਰ ਤਾਂ ਇਹ ਆਪਦਾ ਚੁੱਪ ਕਰਕੇ ਬੈਠ ਜਾਣ, ਕਿਉਂਕਿ ਲੋਕਾਂ ਦੇ ਵਿੱਚ ਇਹ ਜਿਹੜੇ ਅਹਿਮ ਮੁੱਦੇ ਨੇ, ਵਿਰੋਧੀ ਧਿਰ ਅਕਾਲੀ ਦਲ ਹੋਵੇ, ਆਪ ਹੋਵੇ ਜਾਂ ਕੋਈ ਹੋਰ ਹੋਣ, ਉਹ ਸਾਰੇ ਪੂਰੇ ਤਰੀਕੇ ਦੇ ਨਾਲ ਇਹਨੂੰ ਚੱਕਣਗੇ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦੇ 'ਤੇ ਚਰਚਾ ਕੀਤੀ। ਹੁਣ ਦੇਖਣਾ ਇਹ ਹੋਊਗਾ ਕਿ ਪੰਜਾਬ ਲਗਾਤਾਰ ਜਿਹੜਾ ਉਹ ਦਲਦਲ ਦੇ ਵਿੱਚ ਫਸਦਾ ਨਜ਼ਰ ਆ ਰਿਹਾ। ਪੰਜਾਬ ਦੇ ਉੱਪਰ ਹੁਣ ਕਈ ਮੁੱਦੇ ਉੱਠ ਰਹੇ ਨੇ, ਜਿਸ ਤਰ੍ਹਾਂ ਬੇਅਦਬੀ ਦਾ ਮੁੱਦਾ ਹੋ ਗਿਆ, ਨਸ਼ਾ ਦਾ ਮੁੱਦਾ ਹੋ ਗਿਆ, ਬਿਜਲੀ ਦਾ ਮੁੱਦਾ ਹੋ ਗਿਆ। ਤਾਂ ਲਗਾਤਾਰ ਕੈਪਟਨ ਸਰਕਾਰ ਸੀਗੀ ਜਿਹੜੀ, ਪਿਛਲੇ ਕੈਪਟਨ ਅਮਰਿੰਦਰ ਸਿੰਘ ਸੀਗੇ, ਉਹਨਾਂ ਉੱਤੇ ਸਵਾਲ ਖੜੇ ਹੋ ਰਹੇ ਸੀਗੇ। ਉਹਨਾਂ ਨੇ ਆਪਣੇ ਅਹੁਦੇ ਤੋਂ ਹੁਣ ਅਸਤੀਫਾ ਵੀ ਦੇ ਦਿੱਤਾ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਨੇ। ਲਗਾਤਾਰ ਲੋਕ ਇਹਨਾਂ ਤੋਂ ਉਮੀਦ ਕਰ ਰਹੇ ਨੇ ਕਿ ਜਿਹੜੇ ਵਾਅਦੇ ਸਰਕਾਰ ਨੇ ਸਾਡੇ ਨਾਲ ਕੀਤੇ ਸੀਗੇ ਕਿ ਆਉਣ ਵਾਲੇ ਦਿਨਾਂ 'ਚ ਹੁਣ ਪੂਰੇ ਕਰਨਗੇ ਜਾਂ ਫਿਰ ਨਹੀਂ। ਸਰਕਾਰ ਕੋਲੇ ਦਿਨ ਥੋੜ੍ਹੇ ਰਹਿ ਗਏ ਨੇ। ਹੁਣ ਦੇਖਣਾ ਹੋਵੇਗਾ ਕਿ ਜਿਹੜੇ ਚੰਨੀ ਮੁੱਖ ਮੰਤਰੀ ਬਣੇ ਨੇ, ਲੋਕਾਂ ਦੇ ਇਹ ਵਾਅਦੇ ਪੂਰੇ ਕਰਦੇ ਨੇ ਜਾਂ ਫਿਰ ਨਹੀਂ। ਜਲਦ ਨਵਾਂ ਮੁੱਦਾ ਹੋਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।